ਸ਼ਬਦ ਹੈ। ਹੁਣ ਤੱਕ ਆਪਾਂ ਸੋਠ ਰਾਗ ਵਿੱਚ ਸਤਿਗੁਰ ਦੇ 4 ਸ਼ਬਦਾਂ ਦੀ ਵਿਚਾਰ ਸਾਂਝੀ ਕੀਤੀ ਹੈ। ਇਹ 5ਵਾਂ ਸ਼ਬਦ ਹੈ ਸਤਿਗੁਰੂ ਜੀ ਦਾ, ਤੇ ਕੁੱਲ 12 ਸ਼ਬਦ ਨੇ ਸਤਿਗੁਰੂ ਦੇ ਸੋਠ ਰਾਗ ਦੇ ਵਿੱਚ। ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਜੋ ਅੱਜ ਦੇ ਪਾਵਨ ਬਚਨਾਂ 'ਚ ਕਿਰਪਾ ਕਰਦੇ ਨੇ। ਵਿਚਾਰ ਨਾਲ ਸਾਂਝ ਪਾਉਣ ਤੋਂ ਪਹਿਲਾਂ ਫਤਿਹ ਦੀ ਅਸੀਸ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹਿਲਾ 9ਵਾਂ। ਪ੍ਰਾਨੀ ਕੌਣ ਉਪਾਉ ਕਰੇ। ਪ੍ਰਾਨੀ ਜਿਹੜਾ ਪ੍ਰਾਣਾਂ ਦੇ ਆਸਰੇ ਚੱਲ ਰਿਹਾ। ਆਪਾਂ ਸਾਰੇ ਪ੍ਰਾਣੀ ਹਾਂ। ਪ੍ਰਾਣੀ ਜਿਨ੍ਹਾਂ ਨੂੰ ਪ੍ਰਾਣ ਚਾਹੀਦੇ ਨੇ, ਸਵਾਸ ਚੱਲ ਰਹੇ ਨੇ। ਸਵਾਸਾਂ ਦੀ ਬਾਤ ਹੈ ਸਾਡੀ ਜ਼ਿੰਦਗੀ। ਹਾਂ, ਗੁਰਦੇਵ ਕਹਿੰਦੇ ਇਹਦੀ ਆਸ ਬਹੁਤੀ ਨਹੀਂ ਲਾ ਸਕਦੇ। ਸਵਾਸ ਪ੍ਰਾਣ ਨੇ, ਜਿਹਨੂੰ ਸਤਿਗੁਰ ਨੇ ਬਾਣੀ 'ਚ ਬਾਰ-ਬਾਰ ਆਖਿਆ, ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਹਤ ਨਾ ਜਾਣਾ। ਆਦਮੀ ਦਮ ਸਵਾਸ, ਦਮ ਪ੍ਰਾਣ। ਪ੍ਰਾਣਾਂ ਤੇ ਆਸ਼ਰਿਤ ਹੈ ਸਾਡਾ ਜੀਵਨ। ਤੇ ਗੁਰਦੇਵ ਕਹਿੰਦੇ ਪਰ ਉਹਦੀ ਆਸ ਨਹੀਂ ਹੈ ਕੋਈ। ਗੁਰੂ ਨਾਨਕ ਸਾਹਿਬ ਕੀਰਤਨ ਕਰ ਰਹੇ ਨੇ, ਭਾਈ ਮਰਦਾਨਾ ਜੀ ਰਬਾਬ ਵਜਾ ਰਹੇ ਨੇ। ਬੜਾ ਸੰਵਾਦ ਹੁੰਦਾ ਸੀ ਗੁਰੂ ਨਾਨਕ ਤੇ ਭਾਈ ਮਰਦਾਨਾ ਸਾਹਿਬ ਜੀ ਦਾ। ਅੱਜ ਗੁਰੂ ਨਾਨਕ ਸਾਹਿਬ ਨੇ ਪੁੱਛਿਆ ਸੀ ਮਰਦਾਨਾ ਨੂੰ, ਭਾਈ ਮਰਦਾਨੇ ਕਿਤਨੀ ਕੁ ਆਸ ਹੈ ਜ਼ਿੰਦਗੀ ਦੀ। ਭਾਈ ਮਰਦਾਨਾ ਜੀ ਬੜੇ ਪਿਆਰ ਵਿੱਚ ਸਤਿਗੁਰ ਦੇ ਸਵਾਲ ਨੂੰ ਜਵਾਬ ਰੂਪ ਅੰਦਰ ਬਦਲਦੇ ਨੇ ਵੀ ਸਤਿਗੁਰੂ ਬਹੁਤੀ ਤੇ ਨਹੀਂ, ਪਰ ਤੁਹਾਡੇ ਲਾਗੇ ਮੈਂ ਰਹਿਣਾ ਹਾਂ। ਸਤਿਗੁਰੂ ਆਖਰ ਸਮੇਂ 15-20 ਸਵਾਸ ਮੈਂ ਲੈ ਹੀ ਜਾਵਾਂਗਾ। ਮਰਦੇ ਮਰਦੇ ਇਤਨੇ ਸਵਾਸ ਤੇ ਲੈ ਸਕਦੇ ਹਾਂ। ਤੇ ਉੱਥੇ ਫਿਰ ਗੁਰੂ ਨਾਨਕ ਸਾਹਿਬ ਮੁਸਕਰਾਏ ਸੀ। ਭਾਈ ਮਰਦਾਨਾ ਜੀ ਨੂੰ ਪਤਾ ਲੱਗ ਗਿਆ ਸਤਿਗੁਰੂ ਦੀ ਮੁਸਕਰਾਹਟ ਤੋਂ ਮੇਰਾ ਜਵਾਬ ਪੂਰਨ ਨਹੀਂ ਹੈ। ਤੇ ਉਦੋਂ ਫਿਰ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਮਰਦਾਨਿਆਂ ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਹਤ ਨਾ ਜਾਣੋ। ਅਸੀਂ ਪ੍ਰਾਣੀ ਹਾਂ। ਆਦਮੀ ਕਿਉਂ ਆ? ਦਮ ਆ ਰਹੇ ਹੈ, ਪ੍ਰਾਣ ਆ ਰਹੇ ਨੇ, ਜੀਵਨ ਹੈ। ਤੇ ਜਦੋਂ ਜਨਮ ਹੋਇਆ ਸੀ, ਸਵਾਸ ਅੰਦਰ ਖਿੱਚਿਆ ਸੀ, ਤੇ ਜਦੋਂ ਮਰਨ ਹੁੰਦਾ ਹੈ ਆਪਾਂ ਕਹਿੰਦੇ ਸਵਾਸ ਨਿਕਲ ਗਏ, ਪ੍ਰਾਣ ਨਿਕਲ ਗਏ। ਬਸ ਮਸਲਾ ਇੱਕ ਦਮ ਇੱਕ ਸਵਾਸ ਦਾ ਹੈ। ਇਹ ਪ੍ਰਕਿਰਿਆ ਚੱਲਦੀ ਹੈ। ਤਾਂ ਗੁਰਦੇਵ ਨੇ ਤਾਂ ਕਰਕੇ ਸਾਨੂੰ ਪ੍ਰਾਣੀ ਕਿਹਾ। ਜਾਂ ਬਾਣੀ ਦਾ ਬਚਨ ਆਉਂਦਾ, ਜਲ ਕੀ ਪੀਤ ਪਵਨ ਕਾ ਥੰਬਾ, ਰਕਤ ਬੂੰਦ ਕਾ ਗਾਰਾ, ਹਾਡ ਮਾਸ ਨਾੜੀ ਕੋ ਪਿੰਜਰ, ਪੰਖੀ ਬਸੈ ਵਿਚਾਰਾ, ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸੇਰਾ। ਸਤਿਗੁਰ ਕਹਿੰਦੇ ਕੋਈ ਇਮਾਰਤ ਬਣਦੀ ਹੈ, ਇੱਟਾਂ ਲੱਗਦੀਆਂ ਨੇ, ਸੀਮਟ ਲੱਗਦਾ, ਪਹਿਲੋਂ ਗਾਰਾ ਲੱਗਦਾ ਹੁੰਦਾ ਸੀ, ਪਾਣੀ ਲੱਗਦਾ, ਇੱਟਾਂ ਲੱਗਦੀਆਂ ਨੇ, ਗਾਰਾ ਲੱਗਦਾ, ਕੋਈ ਇਮਾਰਤ ਬਣ ਜਾਂਦੀ ਹੈ। ਪਰ ਵਾਹਿਗੁਰੂ ਨੇ ਆ ਜਿਹੜਾ ਸਰੀਰ ਦਾ ਢਾਂਚਾ ਬਣਾਇਆ ਹੈ, ਗੁਰੂਦੇਵ ਕਹਿੰਦੇ ਇੱਥੇ ਵੀ ਇੱਟਾਂ ਨੇ, ਪਾਣੀ ਹੈ, ਗਾਰਾ ਹੈ, ਪਰ ਉਹ ਬਾਹਰ ਵਾਲਾ ਨਹੀਂ ਹੈ। ਗੁਰੂਦੇਵ ਕਹਿੰਦੇ ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੂੰਦ ਕਾ ਗਾਰਾ। ਇਹ ਪਾਣੀ ਹੈ ਸਾਡਾ ਸਰੀਰ। ਗੁਰੂਦੇਵ ਕਹਿੰਦੇ ਪਾਣੀ ਦੀ ਭੀਤ ਹੈ ਆ ਸਰੀਰ। ਪਵਨ ਕਾ ਥੰਬਾ, ਇਹਨੂੰ ਸਹਾਰਾ ਪ੍ਰਾਣਾ ਨੇ ਦਿੱਤਾ ਹੈ। ਸਾਨੂੰ ਸਹਾਰਾ ਕਿਹਦਾ ਹੈ? ਪ੍ਰਾਣਾਂ ਦਾ ਸਹਾਰਾ ਹੈ। ਰਕਤ ਬੂੰਦ ਕਾ ਗਾਰਾ, ਰਕਤ ਬੂੰਦ ਮਾਤਾ ਪਿਤਾ ਦਾ ਤੱਤ ਸੀ, ਜੋ ਉਹਦਾ ਸਰੀਰ ਬਣੇ ਹੈ।
तो गुरुदेव जी कहते किन्ना कु भरोसा करिए दा। हाड मास नाड़ी को पिंजर पंखी बसै विचारा। ਇਹਦੇ 'ਚ ਜੀਓ ਆਤਮਾ ਵਸਦਾ ਹੈ ਪਰ ਪ੍ਰਾਣੀ ਮੇਰ ਤੇਰ 'ਚ ਨਾ ਪਈ। ਇਸ ਵਾਸਤੇ ਇਸ ਤਰ੍ਹਾਂ ਜਾਣੀ ਜਿਵੇਂ ਇੱਕ ਰਾਤ ਕੋਈ ਪੰਛੀ ਕਿਸੇ ਦਰਖਤ 'ਤੇ ਰਹਿ ਕੇ ਸਵੇਰੇ ਉੱਡ ਜਾਂਦਾ ਹੈ, ਕੋਈ ਭਰੋਸਾ ਥੋੜ੍ਹਾ ਹੈ। ਜੈਸੇ ਤਰਵਰ ਪੰਖ ਬਸੇਰਾ। ਸਾਡੇ ਇਸ ਗੁਰੂ ਘਰ ਦੇ ਬੜੇ ਪਿਆਰੇ ਪਾਠ ਕਰਨ ਵਾਲੇ ਪਾਠੀ ਸੀ, ਬੜੇ ਪੁਰਾਣੇ, ਭਾਈ ਬਲਦੇਵ ਸਿੰਘ ਜੀ। ਉਹ ਪਾਠ ਕੀਤਾ, ਸਵੇਰੇ ਉੱਠੇ, ਇਸ਼ਨਾਨ ਕੀਤਾ, ਬਾਣੀ ਪੜ੍ਹੀ, ਚੱਲ ਵਸੇ। ਪਤਾ ਹੀ ਨਹੀਂ ਲੱਗਾ। ਇਹ ਦਸਤੂਰ ਹੀ ਗੁਰਦੇਵ ਕਹਿੰਦੇ ਇਸੇ ਤਰ੍ਹਾਂ ਦਾ। ਮਾਲਕ ਵਾਹਿਗੁਰੂ ਨੇ ਬਣਤਰ ਹੀ ਇਸ ਤਰ੍ਹਾਂ ਦੀ ਬਣਾਈ ਹੈ। ਤੇ ਗੁਰਦੇਵ ਜੀ ਕਹਿੰਦੇ ਤੇ ਪੰਖੀ ਸਵੇਰ ਹੁੰਦੀ ਹੈ, ਉੱਡਣਾ ਪੈਂਦਾ ਪੰਛੀ ਨੂੰ। ਕੀ ਕਰੇਗਾ ਟਾਹਣੀ ਤੇ ਬਹਿ ਕੇ। ਜੈਸੇ ਤਰਵਰ ਪੰਖ ਬਸੇਰਾ। ਰਾਖੋ ਕੰਧ ਉਸਾਰੋ ਨੀਵਾ, ਸਾਡੇ ਤੀਨ ਹਾਥ ਤੇਰੀ ਸੀਵਾ। ਬੰਕੇ ਬਾਲ ਪਾਗ ਸਿਰ ਢੇਰੀ, ਇਹ ਤਨ ਹੋਏਗੋ ਭਸਮ ਕੀ ਢੇਰੀ। ਤੋ ਤਾਂ ਗੁਰੂ ਨੇ ਸਾਨੂੰ ਬਾਰ-ਬਾਰ ਕਿਹਾ ਆਦਮੀ ਪ੍ਰਾਣੀ ਜੋ ਪ੍ਰਾਣਾ ਤੇ ਆਸ਼ਰਿਤ ਹੈ। ਤੋ ਸਤਿਗੁਰ ਕਹਿੰਦੇ ਇਸ ਵਾਸਤੇ ਪ੍ਰਾਣੀ ਕੀ ਕਰੇਗਾ। ਪ੍ਰਾਣੀ ਕੌਣ ਉਪਾਅ ਕਰੇ। ਸਤਿਗੁਰ ਅਸੀਂ ਤੇ ਬੜੇ ਉਪਾਅ ਕਰਦੇ ਹਾਂ। ਗੁਰਦੇਵ ਜੀ ਕਹਿ ਰਹੇ ਨੇ ਪ੍ਰਾਣੀ ਆਪਣੇ ਆਸਤੇ ਕਿਹੜਾ ਉਪਾਅ ਕੀਤਾ ਹੈ। ਉਪਾਅ ਕਰਦੇ ਹਾਂ ਆਪਾਂ, ਉਪਰਾਲਾ ਜਿਹਨੂੰ ਆਪਾਂ ਕਹਿੰਦੇ ਹਾਂ। ਉਪਾਅ ਤੋਂ ਸ਼ਬਦ ਬਣਿਆ ਉਪਰਾਲਾ। ਉਪਾਅ ਉਦਮ ਬੜੇ ਕਰਦੇ ਹਾਂ। ਪਰ ਗੁਰਦੇਵ ਕਹਿੰਦੇ ਜਿੰਨੇ ਬਾਹਰ ਉਪਾਅ ਉਦਮ ਕਰਦੇ ਹਾਂ ਬੰਧਨ ਪੈ ਜਾਂਦੇ ਨੇ। ਹੋਰ 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 ਜਿਵੇਂ ਰੇਸ਼ਮ ਦਾ ਕੀੜਾ, ਜਿਵੇਂ ਜਿਵੇਂ ਉਹ ਤੰਦਾਂ ਬਣਾਉਂਦਾ ਜਾਂਦਾ ਹੈ ਵਿੱਚ ਆਪ ਉਲਝਦਾ ਜਾਂਦਾ ਹੈ। ਜਿਵੇਂ ਜਿਵੇਂ ਉਹ ਤੰਦਾਂ ਬਣਾਉਂਦਾ ਗਿਆ ਉਲਝਦਾ ਗਿਆ। ਉਹ ਸਾਡਾ ਵੀ ਜੀਵਨ ਇਸੇ ਤਰ੍ਹਾਂ ਉਲਝਦੇ ਜਾ ਰਹੇ ਹਾਂ। ਹੋਰ 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 ਫਿਰ ਰੇਸ਼ਮ ਦਾ ਕੀੜਾ ਉਹਦੇ ਚੋਂ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ। ਇਤਨੀਆਂ ਤੰਦਾਂ ਉਪਾਅ ਜ਼ਰੂਰ ਕੀਤੇ ਪਰ ਉਹ ਤੰਦਾਂ ਬਣ ਗਏ, ਬੰਧਨ ਬਣ ਗਏ, ਜੰਜਾਲ ਬਣ ਗਏ, ਨਿਕਲ ਹੀ ਨਹੀਂ ਸਕੇ। ਪੰਛੀ ਨੇ ਉਡਾਰੀ ਮਾਰਨੀ ਸੀ ਖੁੱਲ੍ਹੇ ਆਕਾਸ਼ ਵਿੱਚ, ਪਿੰਜਰੇ ਦਾ ਗੁਲਾਮ ਹੋ ਗਿਆ। ਜਿਹਨੂੰ ਸਾਹਿਬ ਕਹਿੰਦੇ ਨਿਕਸਰੇ ਪੰਖੀ ਸਿਮਰ ਹਰ ਪਾਂਗ। ਗੁਰਦੇਵ ਕਹਿੰਦੇ ਐ ਪੰਖੀ ਤੂੰ ਆਪਣੇ ਖੰਭ ਵਰਤ, ਉਡਾਰੀ ਮਾਰ। ਰੱਬੀ ਯਾਦ ਨੂੰ ਸੁਰਤ ਨਾਲ ਜੋੜ, ਸੁਰਤ ਨੂੰ ਸ਼ਬਦ ਨਾਲ ਜੋੜ। ਬੜੇ ਆਨੰਦ ਦੇ ਮੰਡਲ ਵਿੱਚ ਤੂੰ ਉਡਾਰੀਆਂ ਮਾਰ। ਤੂੰ ਤੇ ਉਲਝ ਗਿਆ, ਤੂੰ ਤੇ ਬੰਧਨਾਂ 'ਚ ਪੈ ਗਏ ਹੈ। ਤੂੰ ਸਿਮਰਦਾ ਕਿਉਂ ਨਹੀਂ, ਤੂੰ ਆਜ਼ਾਦ ਕਿਉਂ ਨਹੀਂ ਹੋ ਰਿਹਾ। ਗੁਰਦੇਵ ਬਾਰ-ਬਾਰ ਕਹਿੰਦੇ ਨੇ। ਤੋ ਉਪਾਅ ਬੜੇ ਨੇ ਸਾਡੇ, ਕੀਤੇ ਨੇ ਉਪਾਅ ਕਰ ਰਹੇ ਹਾਂ ਤੇ ਮਾੜੇ ਨਹੀਂ। ਇਹ ਨਹੀਂ ਵੀ ਭਗਤੀ ਕਰਨੀ ਹੈ, ਨਾਮ ਜਪਣਾ ਹੈ ਤੇ ਦੁਕਾਨ ਵੀ ਨਾ ਖੋਲੀਏ, ਖੇਤੀ ਵੀ ਨਾ ਕਰੀਏ, ਦਿਹਾੜੀ ਵੀ ਨਾ ਕਰੀਏ, ਬਿਜ਼ਨਸ ਵੀ ਨਾ ਕਰੀਏ। ਇਹ ਵੀ ਨਹੀਂ ਹੈ, ਐਸਾ ਵੀ ਨਹੀਂ ਹੈ। ਆਪਾਂ ਸਾਰੇ ਗ੍ਰਸਤੀ ਹਾਂ। ਸਤਿਗੁਰੂ ਭਗਤ ਸਾਹਿਬਾਨ ਵੀ ਆਪ ਉਦਮ ਕਰਦੇ ਰਹੇ। ਪਰ ਗੁਰਦੇਵ ਕਹਿੰਦੇ ਇੱਕ ਐਸਾ ਉਦਮ ਵੀ ਹੋਏ ਜਿਹਦੇ ਨਾਲ ਆਪਣੇ ਆਪ ਨੂੰ ਸੰਤੁਸ਼ਟੀ, ਜਿਹੜਾ ਆਪਣੇ ਵਾਸਤੇ ਹੋਏ। ਆਪਣੇ ਵਾਸਤੇ ਆਪਾਂ ਬਹੁਤ ਕੁਝ ਕਰਦੇ ਹਾਂ ਪਰ ਉਹ ਪਰ ਨਾਲ ਸੰਬੰਧਿਤ। ਧੀਆਂ ਪੁੱਤ ਸੈੱਟ ਕਰਦੇ ਹਾਂ, ਆਪ ਅਪਸੈਟ ਹੁੰਦੇ ਹਾਂ। ਮੈਂ ਕਈ ਵਾਰ ਕਹਿਣਾ ਮਾੜਾ ਨਹੀਂ ਹੈ। ਧੀ ਪੁੱਤ ਨੂੰ ਚੰਗਾ ਪੜ੍ਹਾ ਲਿਖਾ ਕੇ ਚੰਗਾ ਬਣਾ ਦੇਣਾ ਮਾੜਾ ਨਹੀਂ ਹੈ। ਪਰ ਇਹ ਨਹੀਂ ਵੀ ਬੱਚਿਆਂ ਵਾਸਤੇ ਜਿਉਂਦੇ ਜਿਉਂਦੇ ਆਪਣਾ ਜੀਣਾ ਹੀ ਭੁੱਲ ਜਾਈਏ। ਉਦਮ ਕਰੀਏ ਪਰਿਵਾਰ, ਬੱਚਿਆਂ ਸਭ ਵਾਸਤੇ। ਪਰ ਅਸੀਂ ਕਈ ਵਾਰ ਆਪ ਜੀਣਾ ਭੁੱਲ ਜਾਂਦੇ ਹਾਂ। ਆਪ ਕਈ ਵਾਰ ਜਿਉਂਦੇ ਜਿਉਂਦੇ ਸਰੀਰ ਹੁੰਦਿਆਂ ਵੀ ਮਾਫ਼ ਕਰਨਾ ਮੁਰਦੇ ਵਰਗਾ ਜੀਵਨ ਹੋ ਜਾਂਦਾ। ਬਿਨਾਂ ਉਮੰਗ ਤੋਂ,
ਬਿਨਾਂ ਖੇੜੇ ਤੋਂ, ਬਿਨਾਂ ਵਿਗਾਸ ਤੋਂ ਹੁੰਦੀ ਹੈ ਜ਼ਿੰਦਗੀ ਬਹੁਤ ਵਾਰ। ਪਰ ਸਾਹਿਬ ਕਹਿੰਦੇ ਬਿਨ ਬੂਝੇ ਬਿਰਥਾ ਆ, ਅਨਕ ਸਾਜ ਸ਼ਿੰਗਾਰ ਬਹੁ ਕਰਤਾ ਜਿਉ ਮਿਰਤਕ ਉਡਾਇਆ। ਗੁਰਦੇਵ ਕਹਿੰਦੇ ਜਿਹੜਾ ਆਪਣਾ ਮਕਸਦ ਭੁੱਲ ਜਾਏ ਨਾ ਜ਼ਿੰਦਗੀ ਦਾ, ਬਿਨ ਬੂਝੇ ਆਪਣੀ ਆਤਮ ਜਾਗਰਤੀ ਨਹੀਂ ਰਹੀ, ਇਸ ਤਰ੍ਹਾਂ ਹੀ ਜਾਣੀ ਜਿਵੇਂ ਮਿਰਤਕ ਨੂੰ ਰੇਸ਼ਮ ਦਾ ਦੁਸ਼ਾਲਾ ਪਾਏ, ਕਿਸੇ ਮਿਰਤਕ ਨੂੰ ਸ਼ਿੰਗਾਰ ਕਰ ਦਿੱਤਾ, ਉਹਦੇ ਤੇ ਮਹਿੰਗੇ ਸੈਂਟ ਲਾ ਦਿੱਤੇ, ਹੈ ਮਿਰਤਕ ਹੀ ਹੈ, ਜਿਉਂ ਮਿਰਤਕ ਉਡਾਇਆ। ਗੁਰਦੇਵ ਜੀ ਕਹਿੰਦੇ ਨੇ ਜਿਉਂਦੇ ਆ ਮਾਣੀਏ ਜਿਉਣ, ਜਿਉਣ ਬਾਰ-ਬਾਰ ਨਹੀਂ ਜੀਵਨ ਮਿਲਣਾ, ਜਿਉਂਦੇ ਹਾਂ ਉਹਦਾ ਪ੍ਰਗਟਾਵਾ ਵੀ ਕਰੀਏ ਨਾ, ਇਨਸਾਨ ਹਾਂ ਪ੍ਰਗਟਾਵਾ ਵੀ ਹੋਏ ਨਾ ਇਨਸਾਨੀਅਤ ਦਾ। ਚੰਦਨ ਜਿਹੜਾ ਹੁੰਦਾ ਉਹ ਪ੍ਰਗਟਾਵਾ ਵੀ ਤੇ ਕਰਦਾ ਹੈ ਨਾ ਖੁਸ਼ਬੂ ਨਾਲ, ਜੇ ਖੁਸ਼ਬੂ ਨਹੀਂ ਹੈ ਫਿਰ ਤੇ ਲੱਕੜ ਹੈ, ਉਹ ਬਾਲਣ ਹੈ। ਉਹ ਜੇ ਚੰਦਨ ਹੈ ਉਹ ਖੁਸ਼ਬੂ ਨਾਲ ਪ੍ਰਗਟਾਵਾ ਹੋਏਗਾ। ਜੇ ਹੀਰਾ ਹੈ ਉਹਦੀ ਚਮਕ ਤੋਂ ਪਤਾ ਲੱਗੇਗਾ, ਨਹੀਂ ਤੇ ਪੱਥਰ ਹੈ। ਜੇ ਚਮਕ ਨਹੀਂ ਹੈ, ਜਿਸ ਪੱਥਰ ਵਿੱਚ ਚਮਕ ਨਹੀਂ ਹੈ ਕਿਉਂ ਹੀਰਾ ਕਹੀਏ ਉਹਨੂੰ, ਜਿਸ ਲੱਕੜ 'ਚ ਖੁਸ਼ਬੂ ਨਹੀਂ ਹੈ ਕਿਉਂ ਚੰਦਨ ਕਹੀਏ ਉਹਨੂੰ। ਇਹ ਗੁਰੂ ਕਹਿੰਦੇ ਜਿਹਦੇ 'ਚ ਨਾਮ ਜੀਵਨ ਨਹੀਂ ਹੈ ਕਿਉਂ ਉਹਨੂੰ ਜਿੰਦਾ ਕਹੀਏ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਜੇ ਜੀਵੈ ਪਤ ਲੱਥੀ ਜਾਏ, ਆਪਾਂ ਇਹਨੂੰ ਹੋਰ ਪਾਸੇ ਅਰਥ ਕਰ ਲੈਂਦੇ। ਜੇ ਜੀਵੈ ਪਤ ਜੇ ਜੀ ਰਹੇ ਹੈ, ਰੱਬੀ ਅਹਿਸਾਸ ਨਹੀਂ, ਅੰਦਰ ਮਾਨਵਤਾ ਨਹੀਂ ਹੈ, ਮਨੁੱਖਤਾ ਨਹੀਂ, ਸਰੀਰ ਮਨੁੱਖਾਂ ਵਾਲਾ ਹੈ, ਅੰਦਰ ਮਨੁੱਖਤਾ ਨਹੀਂ ਹੈ, ਪਤ ਲੈ ਗਈ ਤੇਰੀ। ਜੇ ਜੀਵਨ ਹੈ ਤੇਰੇ ਕੋਲ ਮਨੁੱਖਾਂ ਵਾਲਾ, ਸੰਤੋਖ ਨਹੀਂ ਹੈ, ਸੱਤ ਨਹੀਂ ਹੈ, ਪ੍ਰੇਮ ਨਹੀਂ ਹੈ, ਪਤ ਲੱਥੀ ਜਾਏ। ਜੇ ਜੀਵੈ ਪਤ ਲੱਥੀ, ਸਭ ਹਰਾਮ ਜੇਤਾ ਕਿਛ ਕਾਏ। ਗੁਰਦੇਵ ਕਹਿੰਦੇ ਉਹ ਫਿਰ ਵਿਅਰਥ ਹੈ, ਅਜਾਈ ਹੈ ਜਿੰਨਾ ਕੁਝ ਕੀਤਾ ਹੈ। ਤਾਂ ਉਪਾਅ ਮਾੜੇ ਨਹੀਂ ਹੈ, ਉਪਾਅ ਕਰਦੇ ਹਾਂ, ਉਪਾਅ ਚੋਂ ਦੋ ਚੀਜ਼ਾਂ ਮਿਲਦੀਆਂ ਨੇ, ਜਾਂ ਸੁੱਖ ਜਾਂ ਦੁੱਖ। ਕੋਈ ਵੀ ਆਪਾਂ ਕਰਮ ਕਰਦੇ ਹਾਂ, ਕੋਈ ਵੀ, ਉਹਦੇ ਚੋਂ ਦੋ ਫਲ ਮਿਲਦੇ ਨੇ, ਸੁੱਖ ਰੂਪ ਅੰਦਰ, ਦੁੱਖ ਰੂਪ ਅੰਦਰ। ਪਰ ਸੱਚ ਜਾਣਿਓ ਜਿਹੜੇ ਦੋ ਫਲ ਬਾਹਰ ਹੀ ਮਿਲੇ ਨੇ, ਨਾ ਸੁੱਖ ਸਦਾ ਰਹਿਣ ਵਾਲਾ ਨਾ ਦੁੱਖ ਸਦਾ ਰਹਿਣ ਵਾਲਾ, ਥਿਰਤਾ ਨਹੀਂ ਹੈ। ਸੰਸਾਰ ਬਾਹਰੀ ਜੋ ਕੁਝ ਵੀ ਹੈ ਨਾ, ਉਹ ਥਿਰਤਾ ਵਾਲਾ ਨਹੀਂ ਹੈ, ਹੈ ਜ਼ਰੂਰ ਪਰ ਆਰਜੀ ਹੈ, ਪੱਕਾ ਨਹੀਂ ਹੈ। ਜਿਵੇਂ ਸਾਹਿਬ ਕਹਿੰਦੇ ਬੱਦਲਾਂ ਦੀ ਛਾਂ ਆਈ, ਤੇ ਕੋਈ ਮੰਜੀ ਡਾਹ ਕੇ ਬਹਿ ਜਾਏ ਵੀ ਰੁੱਖਾਂ ਦੀ ਲੋੜ ਹੀ ਨਹੀਂ ਮੈਨੂੰ, ਹੁਣ ਕਿੰਨੀ ਕੁ ਸਮਾਂ ਰਹੇਗੀ। ਜਿਵੇਂ ਸਿਆਲ ਆਇਆ, ਕੋਈ ਕੱਖਾਂ ਨੂੰ ਪਰਾਲੀ ਨੂੰ ਅੱਗ ਲਾ ਲਿਆ ਵੀ ਹੁਣ ਕਹੇ ਵੀ ਸਾਰਾ ਸਿਆਲ ਮੈਨੂੰ ਲੋੜ ਹੀ ਨਹੀਂ ਰਜਾਈ ਦੀ, ਕਿੰਨਾ ਕੁ ਸਮਾਂ। ਜਿਵੇਂ ਕੋਈ ਹੜ੍ਹ ਦਾ ਪਾਣੀ ਆ ਜਾਏ, ਬੰਦਾ ਕਹੇ ਵੀ ਖੂਹ ਬੰਦ ਕਰ ਦਿਓ, ਨਲਕੇ ਬੰਦ ਕਰ ਦਿਓ ਹੁਣ ਤੇ ਪਾਣੀ ਪਾਣੀ, ਕਿੰਨਾ ਕੁ ਸਮਾਂ ਹੜ੍ਹ ਦਾ ਪਾਣੀ ਰਹਿੰਦਾ, ਆਉਂਦਾ ਚਲਾ ਜਾਂਦਾ। ਮਾਈ ਮਾਇਆ ਛਲ। ਗੁਰਦੇਵ ਕਹਿੰਦੇ ਇਸੇ ਤਰ੍ਹਾਂ ਬਾਹਰੀ ਹੈ, ਇਹ ਥਿਰਤਾ ਨਹੀਂ ਹੁੰਦੀ ਇਹਦੇ 'ਚ। ਤਿਰਣ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜ ਕਾ ਜਲ। ਤਿੰਨ ਉਦਾਹਰਨਾਂ ਦਿੱਤੀਆਂ ਸਾਹਿਬ ਨੇ। ਤੋ ਬਾਹਰੀ ਉਪਾਅ ਚੋਂ ਜੋ ਮਿਲਦਾ ਹੈ, ਗੁਰਦੇਵ ਕਹਿੰਦੇ ਉਹ ਥਿਰਤਾ ਵਾਲਾ ਨਹੀਂ ਹੈ। ਭਾਵੇਂ ਸੁੱਖ ਦੁੱਖ ਹੈ, ਉਹ ਥਿਰਤਾ ਵਾਲਾ ਨਹੀਂ ਹੈ। ਤਾਂ ਹੀ ਰੱਬ ਦੇ ਪਿਆਰਿਆਂ ਨੇ ਭਰੋਸਾ ਨਹੀਂ ਕੀਤਾ। ਦੁੱਖ ਆਇਆ ਤਾਂ ਵੀ ਡੋਲੇ ਨਹੀਂ, ਸੁੱਖ ਆਇਆ ਤਾਂ ਵੀ ਡੋਲੇ ਨਹੀਂ। ਪਤਾ ਸੀ ਸੁੱਖ ਆਇਆ ਹੰਕਾਰੀ ਨਹੀਂ ਹੋਏ, ਪਤਾ ਸੀ ਸਦਾ ਨਹੀਂ ਰਹਿਣਾ। ਦੁੱਖ ਆਇਆ ਉਹ ਡੋਲੇ ਨਹੀਂ, ਪਤਾ ਸੀ ਵੀ ਸਦਾ ਨਹੀਂ ਰਹਿਣਾ, ਬਦਲਦੇ ਰਹਿਣੇ ਨੇ। ਤੇ ਗੁਰਦੇਵ ਕਹਿੰਦੇ ਕੋਈ ਐਸਾ ਉਪਾਅ ਹੋਏ ਜਿਹਦੇ 'ਚ ਸਦੀਵੀ ਥਿਰਤਾ ਮਿਲੇ, ਜਿਹਦੇ 'ਚੋਂ ਟਿਕਾ ਮਿਲੇ, ਜਿਹਦੇ 'ਚੋਂ ਡੋਲਣਾ ਭਟਕਣਾ ਮਿਟ ਸਕੇ। ਸਤਿਗੁਰ ਐਸਾ ਸਵਾਲ ਕਰਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਪਾਵਨ ਸ਼ਬਦ ਵਿੱਚ, ਪ੍ਰਾਨੀ ਕੌਣ ਉਪਾਉ ਕਰੈ। ਇਹ ਪ੍ਰਾਣਾ ਤੇ ਆਸ਼ਰਿਤ ਕੌਣ ਉਪਾਉ ਕਰੈ, ਕਿਹੜਾ ਉਪਾਅ ਕੀਤਾ ਹੈ ਜਾਂ ਕਿਹੜਾ ਉਪਾਅ ਕਰ ਰਹੇ ਹੈ।
ਜਾਤੇ ਭਗਤ ਰਾਮ ਕੀ ਪਾਵੈ। ਹੁਣ ਸਤਿਗੁਰ ਸਾਡੇ ਕੋਲ ਤੇ ਐਸਾ ਉਪਾਅ ਨਹੀਂ ਹੈ, ਸਾਡੇ ਕੋਲ ਤੇ ਉਪਾਅ ਦੂਜੇ ਨੇ। ਸਾਡੇ ਕੋਲ ਗਿਣਤੀਆਂ ਮਿਣਤੀਆਂ ਪਲੱਸ ਮਾਈਨਸ ਬਾਹਰ ਦਾ ਹੈ। ਅਸੀਂ ਤੇ ਉਪਾਅ ਹੀ ਕਰਦੇ ਹਾਂ ਬਾਹਰੀ ਤੌਰ ਤੇ ਕਿ ਕਿਸ ਪਾਸੇ ਮਾਰਕੀਟ 'ਚ ਪੈਸਾ ਲਾਉਣਾ ਹੈ, ਕਿੱਥੇ ਇਨਵੈਸਟਮੈਂਟ ਕਰਨਾ ਹੈ, ਕਦੋਂ ਚੀਜ਼ ਖਰੀਦਣੀ ਹੈ, ਕਦੋਂ ਵੇਚਣੀ ਹੈ। ਅਸੀਂ ਤੇ ਐਸੀਆਂ ਗਿਣਤੀਆਂ ਮਿਣਤੀਆਂ ਕਰਦੇ ਹਾਂ। ਪਰ ਗੁਰਦੇਵ ਕਹਿੰਦੇ ਐਸਾ ਉਪਾਅ ਵੀ ਹੈ, ਜਾਤੇ ਭਗਤ ਰਾਮ ਕੀ ਪਾਵ। ਕਦੇ ਉਪਾਅ ਕੀਤਾ ਸਹਿਜ ਪਾਠ ਦਾ? ਉਹ ਤੇ ਸਤਿਗੁਰ ਕਰਨਾ ਹੀ ਨਹੀਂ ਆਉਂਦਾ ਸਾਨੂੰ। ਕਦੇ ਉਪਾਅ ਕੀਤਾ ਸੰਗਤ 'ਚ ਬੈਠਣ ਦਾ? ਕਦੇ ਉਪਾਅ ਕੀਤਾ ਤੂੰ ਜਿਹਦੇ ਨਾਲ ਤੇਰਾ ਜੀਵਨ ਪਾਰ ਲੰਘ ਸਕੇ? ਉਪਾਅ ਕੀਤੇ ਨੇ ਸੰਸਾਰ ਵਾਲੇ ਨੇ। ਉਪਾਅ ਨੇ ਜਿਹੜੇ ਉਹ ਸਰੀਰ ਵਾਸਤੇ ਨੇ। ਸਾਰੇ ਜਿੰਨੇ ਉਪਾਅ ਨੇ ਉਹ ਸਰੀਰ ਤੱਕ, ਸਰੀਰ ਤੋਂ ਅੱਗੇ ਨਹੀਂ ਜਾ ਸਕਦੇ। ਤਾਂ ਕਰਕੇ ਸਰੀਰ ਨਾਲ ਕੀਤੇ ਸੰਸਾਰ ਦੇ ਉਪਾਅ ਸਰੀਰ ਤੋਂ ਅੱਗੇ ਨਹੀਂ ਤੁਰਦੇ ਨਾਲ। ਫਿਰ ਤਾਂ ਹੀ ਸਾਨੂੰ ਪਛਤਾਵਾ ਹੁੰਦਾ ਹੈ। ਪਛਤਾਵਾ ਤਾਂ ਹੀ ਹੋ ਰਿਹਾ ਨਾ ਕਿਉਂਕਿ ਜਿਹਨੂੰ ਆਪਣਾ ਸਮਝਿਆ ਸੀ, ਪਕੜਿਆ ਸੀ, ਉਹ ਸਦਾ ਆਪਣਾ ਰਹਿਣਾ ਨਹੀਂ ਹੈ। ਤਾਂ ਹੀ ਸਾਨੂੰ ਅੰਦਰੋਂ ਇੱਕ ਸਹਿਮ, ਇੱਕ ਪਛਤਾਵਾ ਨਿਰੰਤਰ ਸਾਡੇ ਅੰਦਰ ਵਰਤ ਹੈ, ਜਿਹੜਾ ਸਾਨੂੰ ਤੋੜ ਤੋੜ ਕੇ ਖਾਂਦਾ ਹੈ। ਤੇ ਬਚ ਜਾਂਦੇ ਹੋ ਸੱਚ ਜਾਣਿਓ ਜੇ ਸਾਡੇ ਕੋਲ ਸੰਗਤ ਹੈ, ਬਾਣੀ ਹੈ, ਜਪ ਹੈ, ਫਿਰ ਆਪਾਂ ਬਚ ਜਾਵਾਂਗੇ। ਫਿਰ ਆਪਾਂ ਨਿਰਾਸ਼ਤਾ ਵਾਲੇ ਪਾਸੇ ਨਹੀਂ ਜਾਵਾਂਗੇ। ਫਿਰ ਚੜ੍ਹਦੀ ਕਲਾ ਰਹੇਗੀ ਜੀਵਨ 'ਚ। ਫਿਰ ਘੋਰ ਨਿਰਾਸ਼ਾ ਨਹੀਂ ਰਹਿਣੀ। ਇਹ ਬਹੁਤ ਜ਼ਰੂਰੀ ਹੈ। ਇਕੱਲਾ ਬਾਹਰ ਦੇ ਯਤਨਾਂ ਨਾਲ ਆਪਾਂ ਕਦੇ ਖੁਸ਼ ਨਹੀਂ ਰਹਿ ਸਕਦੇ। ਉਹ ਜਿੰਨੀਆਂ ਮਰਜ਼ੀ ਯੋਗ ਸਾਧਨਾ ਸਾਧ ਲਈਏ, ਡਰ ਰਹੇਗਾ। ਜੇ ਜੀਵਨ ਵਿੱਚ ਸੰਗਤ, ਬਾਣੀ, ਨਾਮ ਹੈ, ਉਹਦੇ ਚੋਂ ਆਤਮਕ ਅਡੋਲਤਾ ਪ੍ਰਾਪਤ ਹੁੰਦੀ। ਉਹਦੇ ਤੋਂ ਡਿੱਗਣ ਡੋਲਾ ਹਟ ਜਾਂਦਾ। ਡਿੱਗਣ ਡੋਲਾ ਤਉ ਲੋ ਜੋ ਮਨ ਕੇ ਪਰਮ। ਭਗਤ ਕਬੀਰ ਜੀ ਕਹਿੰਦੇ ਉੱਥੇ ਥਿਰਤਾ ਮਿਲਦੀ ਹੈ। ਕਬੀਰ ਹਰਿ ਕਾ ਸਿਮਰਨ ਜੋ ਕਰੈ ਸੋ ਸੁਖੀਆ ਸੰਸਾਰ। ਇਤ ਉਤ ਕਤੈ ਨਾ ਡੋਲਈ ਜਿਸ ਰਾਖੈ ਸਿਰਜਨਹਾਰ। ਉਹ ਫਿਰ ਡੋਲਦਾ ਨਹੀਂ ਹੈ ਰੱਬ ਦਾ ਜਨ ਪਿਆਰਾ। ਜਿਹੜਾ ਗੁਰੂ ਦੇ ਅਨੁਸਾਰ ਹੀ ਦੱਸਿਆ ਇਹ ਉਪਾਅ ਕਰਦਾ ਹੈ। ਤੇ ਗੁਰੂ ਸਾਨੂੰ ਸਵਾਲ ਕਰਦੇ ਨੇ, ਭਾਈ ਤੂੰ ਆਪਣੇ ਜੀਵਨ ਵਿੱਚ ਆਪ ਸਾਖੀ ਬਣ, ਆਪਣਾ ਗਵਾਹ ਆਪ ਬਣ। ਦੂਜਿਆਂ ਕੋਲੋਂ ਕਿਉਂ ਪੁੱਛਣਾ? ਦੂਸਰੇ ਆਪਣੇ ਢੰਗ ਨਾਲ ਦੱਸਣਗੇ। ਤੂੰ ਆਪਣੇ ਆਪ ਨੂੰ ਪੁੱਛ ਵੀ ਕਿਹੜਾ ਉਪਾਅ ਕਰਦਾ ਜਿਹਦੇ ਚੋਂ ਭਗਤੀ ਮਿਲਦੀ ਹੈ, ਜਿਹਦੇ ਚੋਂ ਰੱਬੀ ਨੇੜਤਾ ਦਾ ਅਹਿਸਾਸ ਹੁੰਦਾ ਹੈ। ਕੋਈ ਉਪਾਅ ਜ਼ਿੰਦਗੀ 'ਚ? ਕੋਖ ਵਿਚਾਰ ਸਵਾਲ ਕੀਤਾ ਗੁਰੂ ਨੇ। ਤੇ ਗੁਰੂ ਕੀ ਪਾਵਨ ਬਾਣੀ 'ਚ ਬੜੇ ਐਸੇ ਸਵਾਲ ਨੇ, ਬਾਰ-ਬਾਰ ਕੀਤੇ ਨੇ ਗੁਰੂ ਨੇ। ਜਵਾਬ ਵੀ ਦਿੱਤਾ ਹੈ, ਇਹ ਨਹੀਂ ਵੀ ਇਕੱਲਾ ਸਵਾਲ ਹੀ ਕਰਕੇ ਛੱਡ ਦਿੱਤਾ। ਸਤਿਗੁਰੂ ਨਾਲ ਜਵਾਬ ਦਿੰਦੇ ਨੇ ਤਾਂ ਜੋ ਜਗਿਆਸਾ ਬਣੀ ਰਹੇ ਜੀਵਨ ਦੇ ਵਿੱਚ, ਤਾਂਘ ਬਣੀ ਰਹੇ। ਬਾਰ-ਬਾਰ ਗੁਰੂ ਦਾ ਸੁਭਾਅ ਹੈ ਇਸੇ ਰੂਪ ਦੇ ਅੰਦਰ ਬੜੇ ਸੋਹਣੇ ਢੰਗ ਨਾਲ ਸਾਨੂੰ ਗਿਆਨ ਉਪਦੇਸ਼ ਦੇਣਾ। ਸਵਾਲ ਕਰਦੇ ਨੇ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਸਵਾਲ ਕੀਤਾ ਗੁਰੂ ਨੇ, ਹੈ ਕਿਹੜਾ ਢੰਗ ਹੈ ਸਚਿਆਰ ਹੋਈਏ? ਕਿਹੜਾ ਢੰਗ ਹੈ ਝੂਠ ਦੀ ਦੀਵਾਰ ਪਰਦਾ ਟੁੱਟ ਜਾਏ, ਜਿਹਦੇ ਵਿੱਚ ਰਹਿਣ ਦੇ ਆਪਾਂ ਆਦੀ ਹਾਂ। ਜਿਹੜਾ ਮਨ ਝੂਠ ਦਾ ਕੱਪੜਾ ਲੈ ਕੇ ਤੁਰਦਾ, ਝੂਠ ਦਾ ਸਹਾਰਾ ਲੈ ਕੇ ਆਪਾਂ ਮਨ ਦੀਆਂ ਬਣਤਰਾਂ ਬਣਾ ਲੈਂਦੇ। ਉਹੀ ਕਿਹਾ ਗੁਰੂ ਨੇ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਤੇ ਜਵਾਬ ਦਿੰਦੇ ਨੇ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਜਵਾਬ ਦਿੰਦੇ ਨੇ ਸਤਿਗੁਰੂ, ਨਾਲ ਸਵਾਲ ਵੀ ਹੈ ਅੱਜ ਦੇ ਪਾਵਨ ਸ਼ਬਦ ਵਿੱਚ ਵੀ ਹੈ। ਤੋ ਸਾਹਿਬ ਜੀ ਕਹਿੰਦੇ ਨੇ ਇਹ ਢੰਗ, ਇਹ ਉਪਾਅ ਪ੍ਰਾਣੀ ਕੌਣ ਉਪਾਉ ਕਰੈ, ਜਾਤੇ ਭਗਤ ਰਾਮ ਕੀ ਪਾਵੈ। ਜਿਹਦੇ ਚੋਂ ਰਾਮ ਦੀ ਭਗਤੀ ਮਿਲੇ। ਪਰਮਾਤਮਾ ਵੇਖੋ ਲੋਕਾਂ ਨੇ ਪੂਜਿਆ ਹੈ, ਅੱਜ ਵੀ ਪੂਜ ਰਹੇ ਨੇ। ਆ ਸਾਡੇ ਦੇਸ਼ ਦਾ ਸਭ ਤੋਂ ਵੱਡਾ ਤਿਉਹਾਰ
ਸਭ ਤੋਂ ਵੱਡਾ ਕਿਹੜਾ ਤਿਉਹਾਰ ਹੈ? ਮਾਇਆ ਦਾ। ਦੀਵਾਲੀ ਕੀ ਹੈ? ਲਕਸ਼ਮੀ ਪੂਜਣ ਹੈ। ਲਕਸ਼ਮੀ ਪੂਜਨ। ਜਿਹੜੇ ਦੇਸ਼ ਨੂੰ ਆਪਾਂ ਆਸਤਕ ਕਹਿੰਦੇ ਆ, ਸਭ ਤੋਂ ਵੱਡੀ ਨਾਸਤਿਕਤਾ ਇੱਥੋਂ ਹੀ ਪਤਾ ਲੱਗਦੀ ਹੈ। ਸਭ ਤੋਂ ਕਿਹਦੀ ਪੂਜਾ ਹੈ? ਲਕਸ਼ਮੀ ਦੀ ਪੂਜਾ। ਕਿਹਦੀ ਪੂਜਾ? ਸ਼ਕਤੀ ਨੂੰ ਪਕੜ ਰਿਹਾ, ਸ਼ਿਵ ਨੂੰ ਛੱਡ ਦਿੱਤਾ, ਕਿਉਂਕਿ ਸ਼ਿਵ ਸ਼ਕਤ ਹੈ ਨਾ। ਸ਼ਿਵ ਕਲਿਆਣ ਸਰੂਪ ਪਰਮਾਤਮਾ, ਸ਼ੰਕਰ ਨਹੀਂ। ਸ਼ੰਕਰ ਵੱਖਰਾ ਵਿਸ਼ਾ ਹੈ। ਸ਼ੰਕਰ ਚਲੋ ਦੇਵਤੇ ਰੂਪ ਚ ਆਉਂਦਾ ਹੈ। ਸ਼ੰਕਰ ਅਬਨਾਸ਼ੀ ਨਹੀਂ ਹੈ, ਸ਼ਿਵ ਅਬਨਾਸ਼ੀ ਹੈ। ਸ਼ਿਵ ਬਾਣੀ ਨੇ ਜਾਂ ਦੇ ਸ਼ਿਵਾ ਬਰ ਮੋਹੇ, ਇਹ ਹੈ ਸ਼ਿਵ ਪਰਮਾਤਮਾ, ਜਿਹਦੀ ਆ ਸ਼ਕਤੀ ਹੈ, ਜਿਹਦੀ ਮਾਇਆ ਹੈ। ਤੋ ਬਾਣੀ ਕਹਿੰਦੀ ਸਾਕਤ ਕੌਣ ਹੈ? ਜਿਹੜਾ ਸ਼ਕਤੀ ਨੂੰ ਪਕੜ ਲੈਂਦਾ ਹੈ। ਸਾਕਤ ਉਹ ਹੈ ਜਿਹੜਾ ਸ਼ਕਤੀ ਪਕੜ ਲੈਂਦਾ ਹੈ। ਦਾਤ ਪਕੜ ਲਈ, ਦਾਤਾ ਭੁੱਲ ਗਿਆ। ਪਦਾਰਥ ਨੂੰ ਪੂਜਦਾ, ਪਰਮਾਰਥ ਹੈ ਨਹੀਂ। ਤੋ ਸਾਡੇ ਦੇਸ਼ ਦਾ ਸਭ ਤੋਂ ਵੱਡਾ ਤਿਉਹਾਰ ਕਿਹੜਾ ਹੈ? ਉਹ ਰੱਬ ਦੀ ਪੂਜਾ ਦਾ ਨਹੀਂ ਹੈ, ਉਹ ਲਕਸ਼ਮੀ ਪੂਜਨ। ਲਕਸ਼ਮੀ ਦਾ ਪੂਜਨ ਕਰਨਾ। ਤੋ ਲੋਕ ਪੂਜਦੇ ਨੇ, ਤਾਂ ਹੀ ਗੁਰੂਦੇਵ ਜੀ ਕਹਿੰਦੇ ਤੇਰੇ ਕੋਲ ਭਜਨ ਹੈ ਨਹੀਂ ਵੀ ਨਹੀਂ ਹੈ। ਕੋਈ ਕਿਸੇ ਨੂੰ ਕੋਈ ਕਿਸੇ ਨੂੰ ਪੂਜਦਾ, ਕੋਈ ਕਿਸੇ ਨੂੰ ਪੂਜਦਾ। ਤੇ ਪੂਜਾ ਦੇ ਪਿੱਛੇ ਵੀ ਸਾਡਾ ਸਵਾਰਥ ਹੁੰਦਾ ਬਹੁਤ। ਧਰਮ ਨੂੰ ਬੰਦਾ ਦੋ ਕਾਰਨਾਂ ਕਰਕੇ ਸਿਆਣਿਆਂ ਨੇ ਕਿਹਾ ਧਾਰਨ ਕਰਦਾ ਹੈ, ਜਾਂ ਸਵਰਗ ਦਾ ਲਾਲਚ ਹੈ ਜਾਂ ਨਰਕ ਦਾ ਡਰ ਹੈ। ਦੋ ਚੀਜ਼ਾਂ ਆਉਂਦੀਆਂ, ਜਾਂ ਸਵਾਰਥ ਹੁੰਦਾ ਜਾਂ ਲਾਲਚ ਹੁੰਦਾ। ਅਸੀਂ ਵੀ ਰੱਖਿਆ ਵੀ ਫਲਾਣੇ ਗੁਰਦੁਆਰੇ ਜਾਂ ਪੰਜਾਬ ਦੇ ਗੁਰਦੁਆਰੇ ਨੇ ਜਿੱਥੇ ਲੋਕ ਜਹਾਜ਼ ਚੜਾਉਂਦੇ ਨੇ, ਖੈਰ ਹੁਣ ਤੇ ਬੰਦ ਕਰਵਾ ਦਿੱਤੇ, ਪਰ ਕਿੱਥੇ ਹਟਦੇ ਨੇ ਲੋਕ ਵੀ ਜਹਾਜ਼ ਚੜਾਓ, ਜਹਾਜ਼ ਗੁਰਦੁਆਰੇ ਚੜਾਓ, ਫਿਰ ਤੁਸੀਂ ਜਹਾਜ਼ ਤੇ ਚੜ ਜਾਓਗੇ। ਨਾਲੇ ਆਪਾਂ ਗੁਰਦੁਆਰੇ ਕਹਿ ਰਹੇ ਹਾਂ, ਫਿਰ ਆਪਾਂ ਸਰਕਾਰ ਨੂੰ ਕਹਿ ਰਹੇ ਹਾਂ ਵੀ ਸਰਕਾਰ ਸਾਡੇ ਮੁੰਡੇ ਬਾਹਰ ਭਜਾ ਦਿੱਤੇ। ਨਾਲੇ ਗੁਰਦੁਆਰਿਆਂ 'ਚ ਆਪਾਂ ਜਹਾਜ਼ ਚੜਾ ਰਹੇ ਹਾਂ। ਕੈਸਾ ਦੋਗਲਾ ਜੀਵਨ ਜੀ ਰਹੇ ਹਾਂ। ਨਾਲੇ ਆਪਾਂ ਬਲੇਮ ਕਰ ਰਹੇ ਹਾਂ ਸਰਕਾਰਾਂ ਨੂੰ। ਆ ਲੁਧਿਆਣੇ ਲਾਗੇ ਸ਼ਾਇਦ ਉਹ ਥਾਂ ਹੈ। ਤੋ ਦੋ ਹੀ ਕਾਰਨ ਹੁੰਦੇ ਨੇ ਸੰਸਾਰੀ ਰੱਬ ਦਾ ਪਿਆਰਾ ਵੱਖਰਾ ਰੂਪ ਦਾ। ਰੱਬ ਦੇ ਪਿਆਰੇ ਜਿਹਨੂੰ ਸਾਹਿਬ ਕਹਿੰਦੇ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ। ਰੱਬ ਦੇ ਪਿਆਰੇ ਕੋਲ ਕੀਰਤਨ ਹੈ, ਪਰ ਉਹ ਨਿਰਵਾਣ ਹੈ। ਨਿਰਵਾਣ ਵਾਸ਼ਨਾ ਤੋਂ ਬਿਨਾਂ, ਕਿਉਂਕਿ ਜਿੱਥੇ ਵਾਸ਼ਨਾ ਹੈ ਪ੍ਰਾਰਥਨਾ ਨਹੀਂ ਬਣਦੀ, ਉਹ ਭਗਤੀ ਨਹੀਂ ਬਣਦੀ। ਦੋ ਕਾਰਨ ਹੁੰਦੇ ਨੇ, ਜਾਂ ਸਵਰਗ ਦਾ ਲਾਲਚ ਹੈ ਜਾਂ ਨਰਕ ਦਾ ਡਰ ਹੈ। ਰੱਬ ਦਾ ਪਿਆਰਾ ਇਸ ਤੋਂ ਉੱਪਰ ਉੱਠ ਜਾਂਦਾ, ਪ੍ਰੇਮ ਦੇ ਵਿੱਚ ਹੁੰਦਾ। ਉਹਦਾ ਇੱਕੋ ਹੀ ਕਾਰਨ ਹੁੰਦਾ, ਪ੍ਰੇਮ, ਸਮਰਪਣ। ਬਸ ਸਲਾਉਣਾ ਹੈ। ਵਾਹਿਗੁਰੂ ਭੁੱਖ ਦੇਂਗਾ ਤਾਂ ਵੀ ਸਲਾਉਂਗਾ, ਦੁੱਖ ਦੇਂਗਾ ਤਾਂ ਵੀ ਸਲਾਉਂਗਾ। ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ। ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੂਖ ਮਨਾਈ। ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਪੱਖਾ ਫੇਰੀ ਪਾਣੀ ਢੋਵਾਂ, ਜੋ ਦੇਵੈ ਸੋ ਖਾਈ। ਨਾਨਕ ਗਰੀਬ ਢਹਿ ਪਿਆ ਦੁਆਰੈ, ਹਰ ਮੇਲ ਲਿਹੋ ਵਡਿਆਈ। ਗੁਰਦੇਵ ਕਹਿੰਦੇ ਵਾਹਿਗੁਰੂ ਕੁਝ ਵੀ ਕਰ, ਬਸ ਮਿਲਾਪ ਬਖਸ਼ਿਸ਼ ਕਰ। ਤੋ ਇਹ ਮਾਰਗ ਹੈ ਪ੍ਰੇਮ ਦਾ, ਭਾਵ ਦਾ। ਸੰਸਾਰੀ ਪੂਜਾ ਕਰਦਾ ਹੈ, ਸੰਸਾਰੀ ਉਹਦੇ ਪਿੱਛੇ ਡਰ ਹੁੰਦਾ ਹੈ ਜਾਂ ਉਹਦੇ ਪਿੱਛੇ ਲਾਲਚ ਹੁੰਦਾ ਹੈ। ਤੋ ਗੁਰਦੇਵ ਜੀ ਕਿਰਪਾ ਬਖਸ਼ਿਸ਼ ਕਰਦੇ ਨੇ। ਪੂਜਾ ਕੀਤੀ ਹੈ ਬੰਦੇ ਨੇ, ਪਰ ਰੱਬ ਦੀ ਨਹੀਂ ਕੀਤੀ। ਹੈ ਪੂਜਾ, ਹੈ ਆਰਤੀਆਂ, ਹੈ ਤੀਰਥ, ਹੈ ਬਹੁਤ ਕੁਝ, ਪਰ ਰੱਬ ਵਾਸਤੇ ਨਹੀਂ ਹੈ, ਉਹ ਸੰਸਾਰ ਵਾਸਤੇ ਹੀ ਹੈ। ਧਰਮ ਦਾ ਵੀ ਸਹਾਰਾ ਲਿਆ, ਪ੍ਰਾਪਤੀ ਕਿਹਦੀ ਚਾਹ ਰਿਹਾ? ਸੰਸਾਰ ਦੀ। ਸਹਾਰਾ ਸਾਧਨ ਕਿਹਨੂੰ ਬਣਾ ਰਿਹਾ? ਧਰਮ ਨੂੰ। ਪ੍ਰਾਪਤੀ ਕਿਹਦੀ ਹੈ? ਸੰਸਾਰ ਦੀ। ਉੱਥੇ ਖਲੋਤਾ ਜੀਵਨ। ਤੋ ਤਾਂ ਹੀ ਗੁਰਦੇਵ ਜੀ ਕਹਿੰਦੇ ਨੇ ਭਾਈ ਉਪਰਾਲੇ ਨੇ ਤੇਰੇ, ਐਸਾ ਜਾਤੇ ਭਗਤ ਰਾਮ ਕੀ ਪਾਵੈ। ਕੋਈ ਐਸਾ ਵੀ ਜਿਹਦੇ 'ਚ ਰਾਮ ਦੀ ਭਗਤ ਹੋਏ, ਜਿਹਦੇ 'ਚ ਉਹਦੀ ਭਗਤੀ ਹੋਏ, ਭਾਵਨਾ ਹੋਏ, ਗਿਆਨ ਹੋਏ, ਤਿਆਗ ਹੋਏ, ਤੇਰੇ ਜੀਵਨ 'ਚ ਦਾਤਾਂ ਵਰਤਨ। ਤੇ ਸਾਹਿਬ ਕਹਿੰਦੇ ਜਮ ਕੋ ਤਰਾਸ ਹਰੈ, ਜਿੰਨੇ ਮਰਜੀ ਯਤਨ ਕਰ ਤੇਰੇ ਅੰਦਰੋਂ ਡਰ ਨਹੀਂ ਮੁੱਕਣਾ।
ਤੇ ਉਹ ਇੱਕ ਡਰ ਸਭ ਤੋਂ ਵੱਡਾ ਜੰਮ ਦਾ, ਉਹ ਨਹੀਂ ਮੁੱਕਣਾ ਜਿੰਨਾ ਮਰਜ਼ੀ ਯਤਨ ਕਰ। ਭਾਵੇਂ ਗਿਆਨੀ ਹੈ, ਧਿਆਨੀ ਹੈ, ਪੰਡਤ ਹੈ, ਮੁੱਲਾ ਹੈ, ਰਾਜਾ ਹੈ, ਗਰੀਬ ਹੈ, ਅਮੀਰ ਹੈ, ਇਹ ਜੰਮ ਦਾ ਤਰਾ ਸਭ ਨੂੰ ਹੁੰਦਾ, ਸਭ ਨੂੰ। ਤਾਂ ਗੁਰਦੇਵ ਨੇ ਕਿਹਾ ਵੀ ਇਹ ਦੁੱਖ ਹੈ ਬੜਾ ਵੱਡਾ, ਜਿਹੜਾ ਮੌਤ ਦੁੱਖ ਹੈ ਮਾਫ ਕਰਨਾ, ਦੁੱਖ ਹੈ ਬਹੁਤ, ਜਿਹਨੂੰ ਸਤਿਗੁਰ ਕਹਿੰਦੇ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮ ਦੂਤ, ਇੱਕ ਦੁੱਖ ਰੋਗ ਲੱਗਾ ਤਨ ਧਾਏ। ਬਾਣੀ ਕਹਿੰਦੀ ਵਿਛੋੜਾ ਦੁੱਖ ਹੈ, ਭੁੱਖ ਦੁੱਖ ਹੈ, ਭੁੱਖ ਦੁੱਖ ਪੈਦਾ ਕਰਦੀ ਹੈ। ਹਾਂ, ਰੋਟੀਆਂ ਦੀ ਨਾ ਹੋਏ, ਧਨ ਦੀ ਹੋਏ, ਭੁੱਖ ਦੁੱਖ ਹੀ ਪੈਦਾ ਕਰੇਗੀ। ਰੋਟੀਆਂ ਦੀ ਭੁੱਖ ਨਹੀਂ ਹੈ, ਪੇਟ ਦੀ ਭੁੱਖ ਨਹੀਂ ਹੈ, ਵਾਸ਼ਨਾ ਦੀ ਭੁੱਖ ਹੈ, ਦੁੱਖ ਹੀ ਪੈਦਾ ਕਰੇਗੀ, ਦੁੱਖ ਪੈਦਾ ਕਰੇਗੀ ਭੁੱਖ। ਸੰਸਾਰ ਦੀ ਭੁੱਖ, ਹੁਣ ਆਪਾਂ ਪੇਟ ਦੇ ਭੁੱਖੇ ਨਹੀਂ ਹੈ, ਇੱਕ ਦੁੱਖ ਭੂਖ, ਪਰ ਲੋਭ ਦਾ ਭੁੱਖਾ ਹੁੰਦਾ। ਭੁੱਖ ਦੁੱਖ ਪੈ, ਹਾਂ ਬਾਣੀ ਕਹਿੰਦੀ ਇੱਕ ਭੁੱਖ ਦੁੱਖ ਨਹੀਂ ਪੈਦਾ ਕਰਦੀ। ਸਾਚੇ ਨਾਮ ਕੀ ਲਾਗੇ ਭੂਖ, ਉਤ ਭੁੱਖੈ ਖਾਏ ਚਲੀਐ ਦੁੱਖ। ਜਿਨ੍ਹਾਂ ਨੂੰ ਨਾਮ ਦੀ ਭੁੱਖ ਲੱਗੀ, ਦੁੱਖ ਖਾਦੇ ਗਏ, ਦੁੱਖ ਮਿਟ ਗਏ। ਇੱਕ ਭੁੱਖ ਦੁੱਖ ਮਿਟਾ ਦਿੰਦੀ ਹੈ, ਇੱਕ ਭੁੱਖ ਦੁੱਖ ਪੈਦਾ ਕਰ ਦਿੰਦੀ ਹੈ। ਤੋ ਸਾਹਿਬ ਕਹਿੰਦੇ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ। ਗੁਰਦੇਵ ਕਹਿੰਦੇ ਮੌਤ ਜਮਦੂਤ ਦੁੱਖ ਹੈ। ਇੱਕ ਦੁੱਖ ਰੋਗ ਲੱਗਾ ਤਨ ਧਾਏ, ਸਰੀਰ ਨੂੰ ਰੋਗ ਲੱਗਾ ਹੋਵੇ, ਡਾਕਟਰ ਕਹੇ ਵੀ ਹੁਣ ਰਿਪੋਰਟਾਂ ਖਰਾਬ ਨੇ ਤੇਰੀਆਂ, ਦੁੱਖ ਹੀ ਹੈ। ਵੈਦ ਨਾ ਭੋਲੇ ਦਾਰੂ ਲਾਏ। ਗੁਰਦੇਵ ਜੀ ਕਹਿੰਦੇ ਦਾਰੂ ਨਹੀਂ ਹੈ ਕਿਸੇ ਕੋਲ, ਸਾਨੂੰ ਪੂਰਨ ਨਿਰਭੈਤਾ ਮਿਲਦੀ ਹੈ। ਗੁਰਦੇਵ ਜੀ ਕਹਿੰਦੇ ਨਹੀਂ ਮਿਲਦੀ, ਪਰ ਜਿਹੜੇ ਉਪਾਅ ਅਸੀਂ ਕਰ ਰਹੇ ਹਾਂ ਉਹਨਾਂ ਚੋਂ ਪੂਰਨ ਨਿਰਭੈਤਾ ਨਹੀਂ ਮਿਲਦੀ, ਭੈ ਵਿਆਪਣਗੇ। ਅਸੀਂ ਜਿੰਨੇ ਉਪਾਅ ਕਰਦੇ ਹਾਂ ਹੋਰ ਬੰਧਨਾਂ 'ਚ ਪਈ ਜਾ ਰਹੇ ਹਾਂ, ਹੋਰ ਜਕੜੇ ਜਾ ਰਹੇ ਹਾਂ, ਦਾਇਰਾ ਸਾਡਾ ਹੋਰ ਘਟਦਾ ਜਾ ਰਿਹਾ, ਸੁੰਗੜਦੇ ਜਾ ਰਹੇ। ਤੋ ਸਾਹਿਬ ਜੀ ਕਹਿੰਦੇ ਜਾ ਤੇ ਭਗਤ ਰਾਮ ਕੀ ਪਾਵੈ, ਜਮ ਕੋ ਤਰਾਸ ਹਰੈ ਪ੍ਰਾਣੀ। ਉਪਾਅ ਕਰ, ਕਿਉਂ ਨਹੀਂ ਕੀਤਾ? ਕਿਹੜਾ ਉਪਾਅ ਕਰ ਰਹੇ ਤੂੰ? ਆਹ ਉਪਾਅ ਕਰ, ਰਾਮ ਭਗਤ ਵਾਲਾ। ਤੇ ਗੁਰਦੇਵ ਜੀ ਕਹਿੰਦੇ ਜਮ ਕੋ ਤਰਾਸ ਹਰੈ, ਜਿਹਦੇ ਨਾਲ ਜਮ ਦਾ ਤਰਾਸ, ਮੌਤ ਦਾ ਡਰ ਚਲਾ ਜਾਂਦਾ ਹੈ, ਮੁੱਕ ਜਾਂਦਾ ਹੈ ਜੀਵਨ ਦੇ ਵਿੱਚੋਂ, ਕਿਉਂਕਿ ਫਿਰ ਪਛਤਾਵਾ ਨਹੀਂ ਹੈ ਉਸ ਜੀਵਨ ਦੇ ਵਿੱਚ। ਤੋ ਸਾਹਿਬ ਅੱਗੇ ਆਖਦੇ ਨੇ ਕੌਣ ਕਰਮ ਵਿਦਿਆ ਕੋ ਕੈਸੀ, ਧਰਮ ਕੌਣ ਫੁਨ ਕਰੀ। ਸਵਾਲ ਨੇ ਸਾਰੇ ਸਵਾਲ ਨੇ। ਤੇ ਸਵਾਲ ਹੁੰਦਾ ਉੱਥੇ ਜਗਿਆਸਾ ਪ੍ਰਗਟ ਹੁੰਦੀ। ਸਵਾਲ ਵੈਸੇ ਆਉਂਦਾ ਹੀ ਜਗਿਆਸਾ ਚੋਂ, ਸਵਾਲ ਜਗਿਆਸਾ ਚੋਂ ਹੀ ਆਉਂਦਾ। ਤੋ ਬਾਣੀ ਜਗਿਆਸੂਆਂ ਵਾਸਤੇ ਹੀ ਹੈ, ਸੱਚ ਜਾਣ। ਜਿੰਨੀ ਬਾਣੀ ਹੈ ਜਗਿਆਸੂਆਂ ਵਾਸਤੇ ਹੈ। ਉਹ ਗਾਉਣ ਵਾਲਾ ਹੋਵੇ, ਭਾਵੇਂ ਪੜ੍ਹਨ ਵਾਲਾ ਹੋਵੇ, ਭਾਵੇਂ ਸੁਣਨ ਵਾਲਾ ਹੋਵੇ। ਤੋ ਸਤਿਗੁਰ ਨੇ ਜਗਿਆਸਾ ਪ੍ਰਗਟ ਕੀਤੀ। ਕੌਣ ਕਰਮ, ਕਿਉਂਕਿ ਕਰਮ ਦੇ ਵਿੱਚੋਂ ਫਲ ਮਿਲਦਾ। ਕਰਮ ਜਿਹੜਾ ਹੈ ਗਿਆਨ ਤੱਕ ਜਾਂਦਾ ਹੈ, ਜਾਣਾ ਚਾਹੀਦਾ। ਪਰ ਜਿਹੜਾ ਕਰਮ ਹੋਏ ਗਿਆਨ ਤੱਕ ਨਾ ਜਾਏ। ਸਾਡੇ ਕੋਲ ਸੰਸਾਰ 'ਚ ਐਸਾ ਕੋਈ ਕਰਮ ਨਹੀਂ ਹੈ ਜਿਹੜਾ ਕਰਮ ਕਿਸੇ ਫਲ ਤੱਕ ਨਾ ਜਾਂਦਾ ਹੋਵੇ। ਐਵੇਂ ਨਹੀਂ, ਕੁਝ ਵੀ ਆਪਾਂ ਕਰਦੇ ਹਾਂ ਪਰ ਐਵੇਂ ਨਹੀਂ ਕਰਦੇ। ਕੋਈ ਦੁਕਾਨ ਤੇ ਬੈਠਾ ਹੈ, ਉਹ ਐਵੇਂ ਥੋੜ੍ਹਾ ਬੈਠਾ ਹੈ। ਕੋਈ ਬਿਜ਼ਨਸ ਕਰ ਰਿਹਾ, ਕੋਈ ਪੜ੍ਹਾਈ ਕਰ ਰਿਹਾ, ਕੋਈ ਵੀ ਕਰਮ ਹੈ ਉਹ ਕਾਜ ਤੋਂ ਬਿਨਾਂ ਨਹੀਂ ਹੁੰਦਾ। ਸੰਸਾਰ ਵਿੱਚ ਹਰੇਕ ਕਰਮ ਦਾ ਮਨੋਰਥ ਹੁੰਦਾ ਹੈ। ਤੇ ਜਦੋਂ ਬੰਦਾ ਧਰਮ ਦਾ ਕੋਈ ਕਰਮ ਕਰੇ, ਮਨੋਰਥ ਹੋਏ ਹੀ ਨਾ ਕੋਈ। ਜਪਜੀ ਸਾਹਿਬ ਪੜ੍ਹ ਰਿਹਾ ਪਰ ਮਨੋਰਥ ਇਹ ਨਹੀਂ ਹੈ ਵੀ ਸਮਝ, ਮਨੋਰਥ ਇਹ ਨਹੀਂ ਹੈ ਗਿਆਨ, ਪੜ੍ਹ ਰਿਹਾ ਬਸ, ਕਰ ਰਿਹਾ ਕਰਮ। ਜਿਹਨੂੰ ਸਤਿਗੁਰ ਕਹਿੰਦੇ ਕਰਮ ਧਰਮ ਪਾਖੰਡ ਜੋ ਦੀਸੈ, ਤਿੰਨ ਜਮ ਜਾਗਾਤੀ ਲੂਟ। ਤਾਂ ਕਰਕੇ ਉਹ ਧਰਮ ਦੇ ਕਰਮ ਮਾੜੇ ਨਹੀਂ ਹੈ, ਪਰ ਪਾਖੰਡ ਬਣ ਗਏ, ਕਿਉਂਕਿ ਉਹ ਕਰਮ ਦੇ ਪਿੱਛੇ ਸਮਝ ਨਹੀਂ ਹੈ, ਕਰਮ ਦੇ ਪਿੱਛੇ ਗਿਆਨ ਨਹੀਂ ਹੈ। ਫਿਰ ਉਹ ਕੀ ਫਾਇਦਾ?
ਕਰਮ ਹੈ ਉਹ, ਪਰ ਉਹਦੇ ਪਿੱਛੇ ਗਿਆਨ ਹੀ ਨਹੀਂ ਹੈ। ਕਰਮ ਗਿਆਨ ਤੱਕ ਜਾਣਾ ਚਾਹੀਦਾ ਹੈ, ਜ਼ਰੂਰ ਚਾਹੀਦਾ ਹੈ। ਬੀਜ ਫਲ ਤੱਕ ਜਾਣਾ, ਕਿਸਾਨ ਬੀਜ ਬੀਜ ਰਹੇ ਨੇ, ਹੁਣ ਤਿਆਰੀ ਕਰ ਰਹੇ ਨੇ ਕਣਕ ਦੀ, ਫਸਲ ਜਾਏਗੀ, ਫਲ ਤੱਕ ਜਾਏਗਾ, ਤਾਂ ਹੀ ਕਰ ਰਹੇ ਨੇ ਕਰਮ। ਤੋ ਸੰਸਾਰਿਕ ਤੌਰ ਤੇ ਸਾਨੂੰ ਪਤਾ ਹੁੰਦਾ ਹੈ, ਕੋਈ ਵੀ ਕਰਮ ਕੋਈ ਵੀ ਆਪਾਂ ਕਰਦੇ ਹਾਂ ਕਿਸੇ ਉਦੇਸ਼ ਆਦਰਸ਼ ਮਨੋਰਥ ਨੂੰ ਸਾਹਮਣੇ ਰੱਖ ਕੇ ਕਰਦੇ ਹਾਂ। ਪਰ ਪੁੱਛੋ ਗੁਰਦੁਆਰੇ ਕਿਉਂ ਆਇਆ? ਬਸ ਐਵੇਂ ਆ ਗਿਆ ਜੀ, ਫਿਰ ਮੁਸ਼ਕਲ ਹੈ। ਪਾਠ ਕਿਉਂ ਕੀਤਾ ਜੀ? ਬਸ ਐਵੇਂ ਜੀ, ਫਿਰ ਮੁਸ਼ਕਲ ਹੈ। ਪਤਾ ਹੋਣਾ ਚਾਹੀਦਾ ਮੇਰਾ ਮਨੋਰਥ ਹੈ। ਗੁਰ ਚਰਨ ਲਾਗ ਹਮ ਬਿਨਵੰਤਾ ਪੁੱਛਤ ਕਾ ਜੀਉ ਪਾਇਆ। ਸਾਹਿਬ ਕਹਿੰਦੇ ਮੈਂ ਗੁਰੂ ਕੋਲ ਆਇਆ ਪੁੱਛਣ ਵਾਸਤੇ। ਭਗਤ ਕਬੀਰ ਜੀ ਕਹਿੰਦੇ ਐ ਮੇਰੇ ਸਤਿਗੁਰੂ ਮੈਨੂੰ ਦੱਸੋ ਵੀ ਇੱਕ ਧਰਤੀ ਹੈ, ਮਨੋਰਥ ਹੈ ਕੋਈ, ਪਾਣੀ ਨਾ ਹੁੰਦਾ ਕਿੱਡਾ ਫਰਕ ਪੈਣਾ ਸੀ, ਰੁੱਖ ਨਾ ਹੁੰਦੇ ਕਿੰਨਾ ਫਰਕ ਪੈਣਾ ਸੀ, ਆਕਸੀਜਨ ਨਾ ਹੁੰਦੀ ਕਿੰਨਾ ਫਰਕ ਪੈਣਾ ਸੀ, ਤੇ ਪਰਮਾਤਮਾ ਮੈਂ ਨਾ ਹੁੰਦਾ ਕੀ ਫਰਕ ਪੈਣਾ ਸੀ। ਮੇਰੇ ਜੀਵਨ ਦਾ ਮਨੋਰਥ ਕੀ? ਇਹ ਜਗਿਆਸਾ ਹੈ। ਕਰਮ ਆਇਆ ਹੈ, ਪਰ ਉਹਦੇ ਪਿੱਛੇ ਜਗਿਆਸਾ ਕਿੰਨੀ ਗਹਿਰੀ ਚਾਹੀਦੀ, ਤਾਂ ਕਿੰਨੀ ਗਹਿਰੀ ਚਾਹੀਦੀ। ਤੇ ਜੇ ਕਰਮ ਕਰ ਰਹੇ ਹਾਂ ਬਸ ਐਵੇਂ ਕਰ ਰਹੇ ਹਾਂ ਜੀ, ਪਰੰਪਰਾ, ਬਸ ਪਰੰਪਰਾ ਹੀ ਹੁੰਦੀ ਹੈ, ਬਸ ਕਰ ਰਹੇ ਹਾਂ। ਪਤਾ ਨਹੀਂ ਹੈ ਕਿਉਂ, ਉਹਦੇ ਪਿੱਛੇ ਭਾਵ ਨਹੀਂ ਹੈ। ਉਹ ਤਾਂ ਕਰਕੇ ਠੀਕ ਹੈ, ਰੀਤ ਕਿਸੇ ਪ੍ਰੀਤ ਚੋਂ ਸ਼ੁਰੂ ਹੁੰਦੀ ਹੈ, ਪਰ ਫਿਰ ਸਹਿਜ ਸਹਿਜ ਪ੍ਰੀਤ ਮੁੱਕ ਜਾਂਦੀ ਹੈ, ਇਕੱਲੀ ਰੀਤ ਰਹਿ ਜਾਂਦੀ ਹੈ। ਤੁਰ ਰਹੇ ਨੇ, ਬਸ ਕਰ ਰਹੇ ਨੇ, ਕਿਉਂ ਕਰ ਰਹੇ ਪਤਾ ਨਹੀਂ, ਕੀ ਮਿਲਿਆ ਇਹਦੇ ਚੋਂ ਪਤਾ ਨਹੀਂ। ਇਸ ਵਾਸਤੇ ਸਾਹਿਬ ਜੀ ਆਖਦੇ ਨੇ ਕੌਣ ਕਰਮ, ਕਿਹੜਾ ਕਰਮ? ਵਿਦਿਆ ਕਹੋ ਕੈਸੀ, ਵਿਦਿਆ ਸਤਿਗੁਰ ਹੈ ਸਾਡੇ ਕੋਲ, ਤੇ ਵਿਦਿਆ ਅਸੀਂ ਪੜ੍ਹਾਈਆਂ ਪੜ੍ਹ ਲਈਆਂ, ਮਾੜੀਆਂ ਨਹੀਂ ਪੜ੍ਹਨੀਆਂ ਚਾਹੀਦੀਆਂ। ਇਹ ਨਹੀਂ ਵੀ ਆਪਾਂ ਸ਼ਬਦ ਗੁਰੂ ਕਹੀਏ ਤੇ ਪੜ੍ਹੀਏ, ਹੈ ਹੀ ਨਾ। ਆ ਸਿਰ ਦਿੱਤਾ ਰੱਬ ਨੇ, ਸਿਰ ਵਰਤਣਾ ਚਾਹੀਦਾ, ਜ਼ਰੂਰੀ ਹੈ। ਗਿਆਨ ਤੀਜਾ ਨੇਤਰ ਹੈ ਵਿਦਿਆ। ਠੀਕ ਹੈ, ਪਹਿਲੋਂ ਹਥਿਆਰਾਂ ਦੀ ਲੜਾਈ ਸੀ, ਲੜ ਲਈ, ਅੱਜ ਵਿਚਾਰਾਂ ਦੀ ਲੜਾਈ ਹੈ। ਉਹ ਚਾਹੀਦਾ ਸਾਨੂੰ, ਬੋਧ ਚਾਹੀਦਾ, ਬਾਣੀ ਦਾ ਬੋਧ ਚਾਹੀਦਾ, ਗਿਆਨ ਚਾਹੀਦਾ। ਪਰ ਉਹ ਵਿਦਿਆ ਕੀ ਕਰੇ ਜਿਹੜੀ ਜੀਵਨ ਦੇ ਸੁੱਖ ਹੀ ਖਾ ਲਏ? ਉਹ ਵਿਦਿਆ ਕੀ ਕਰੇ ਜਿੱਥੇ ਪੜ੍ਹਦੇ ਪੜ੍ਹਦੇ ਬੱਚੇ ਸੁਸਾਈਡ ਕਰ ਰਹੇ ਨੇ ਸਾਡੇ? ਉਹ ਵਿਦਿਆ ਕੀ ਕਰਨ ਜਿਹੜੀ ਜੀਵਨ ਹੀ ਖੋਲੇ? ਜਿਹੜੀ ਚੀਜ਼ ਜੀਵਨ ਦੇ ਵਾਸਤੇ ਸਹਾਈ ਸੀ ਪਰ ਉਹੀ ਜੀਵਨ ਨੂੰ ਖਾ ਜਾਏ, ਜਿਹੜੀ ਵਿਦਿਆ ਹੀ ਸੁੱਖ ਖਾ ਗਈ, ਜਿਹੜੀ ਵਿਦਿਆ ਹੀ ਆਨੰਦ ਖਾ ਗਈ, ਜਿਹੜੀ ਵਿਦਿਆ ਹੀ ਹੰਕਾਰ ਪੈਦਾ ਕਰ ਦੇ, ਫਿਰ ਕੀ ਕਰਨਾ ਉਹਦਾ? ਪੜ੍ਹਿਆ ਮੂਰਖ ਆਖੀਐ ਜਿਸ ਲੱਭ ਲੋਭ ਹੰਕਾਰਾ। ਜਿਹੜੀ ਵਿਦਿਆ ਹੀ ਰਿਸਪੈਕਟ ਨਾ ਕਰੇ ਮਾਂ ਦਾ, ਪਿਓ ਦਾ, ਕੀ ਕਰਾਂਗੇ ਫਿਰ ਉਹਦਾ? ਉਹ ਤਾਂ ਹੀ ਗੁਰੂ ਨਾਨਕ ਸਾਹਿਬ 7 ਸਾਲ ਦੀ ਉਮਰ 'ਚ ਗੁਰੂ ਨਾਨਕ ਸਾਹਿਬ ਨੇ ਜਿਹੜੀ ਪਹਿਲੀ ਬਾਣੀ ਉਚਾਰੀ ਹੈ ਉਹ ਪਾਠਸ਼ਾਲਾ 'ਚ ਉਚਾਰੀ ਹੈ ਜਾ ਕੇ। ਉਹ ਵੱਖਰੀ ਗੱਲ, ਆਪਾਂ ਸਕੂਲਾਂ ਤੱਕ ਨਹੀਂ ਪਹੁੰਚੇ, ਸਾਡਾ ਸਿਲੇਬਸ, ਅਸੀਂ ਹੋਰ ਹੀ ਲੜਾਈਆਂ ਲੜਦੇ ਹਾਂ। ਸਾਡੇ ਤੇ ਜਥੇਦਾਰਾਂ ਨੂੰ ਪਤਾ ਨਹੀਂ ਵੀ ਸਵੇਰੇ ਕਿੰਨੇ ਬਹਿਣਾ, ਸ਼ਾਮ ਨੂੰ ਰਕਸ਼ੇ 'ਤੇ ਚੜ੍ਹ ਕੇ ਕਿੰਨੇ ਘਰ ਚਲੇ ਜਾਣਾ। ਗੱਲਾਂ ਤਾਂ ਆਪਾਂ ਬਹੁਤ ਵੱਡੀਆਂ ਕਰਦੇ ਹਾਂ, ਮਾਫ਼ ਕਰਨ। ਗੁਰੂ ਨਾਨਕ ਸਾਹਿਬ ਨੇ ਪਹਿਲੀ ਬਾਣੀ 7 ਸਾਲ ਦੀ ਉਮਰ ਸੀ ਗੁਰੂ ਨਾਨਕ ਸਾਹਿਬ ਦੀ। 7 ਸਾਲ ਦੀ ਉਮਰ 'ਚ ਪਿਤਾ ਨੇ ਗੋਪਾਲ ਪੰਥ ਦੇ ਕੋਲ ਪੜ੍ਹਨੇ ਪਾਇਆ ਸੀ, ਜਿੱਥੇ ਗੁਰੂ ਨਾਨਕ ਸਾਹਿਬ ਨੇ ਪੱਟੀ ਬਾਣੀ ਉਚਾਰਨ ਕੀਤੀ, ਜਿਹੜੀ ਆਸਾ ਰਾਗ ਦੇ ਵਿੱਚ। ਮੱਥਾ ਟੇਕ ਦਿਓ, ਮੈਂ ਕਹਿੰਦਾ ਪੜ੍ਹਿਆ ਵੀ ਕਰੋ, ਇਕੱਲਾ ਕਹਿਣ ਨਾਲ ਨਹੀਂ ਗੱਲ ਬਣਨੀ, ਗੁਰੂ ਨਾਲ ਜੁੜੀਏ ਵੀ ਤੇ ਨਾ, ਸਮਝੀਏ ਵੀ ਤੇ ਨਾ। ਸਾਡੇ ਕੋਲ ਘੱਟ ਮਾਦਾ ਹੈ, ਮਾਫ਼ ਕਰਨਾ, ਅਸੀਂ ਸਿੱਖ ਦੇ ਘੱਟ ਹਾਂ, ਬਸ ਬਣ ਜਾਂਦੇ ਹਾਂ ਬੜੀ ਛੇਤੀ। ਬਾਜ਼ਾਰ 'ਚੋਂ ਖਰੀਦਿਆ ਦਮਾਲਾ ਬਣ ਗਏ ਵੱਡੇ, ਬਸ ਲੋੜ ਨਹੀਂ ਹੁਣ ਬਾਣੀ ਦੀ ਵਿੱਚ। ਮਾੜਾ ਨਹੀਂ ਹੈ ਦਮਾਲਾ, ਸ਼ਸਤਰ ਮਾੜੇ ਨਹੀਂ, ਬਾਣਾ ਮਾੜਾ ਨਹੀਂ, ਮੈਂ ਵੀ ਪਾਇਆ, ਪਰ ਇਹ ਦਾਖਲਾ ਸੀ। ਤੇ ਆਪਾਂ ਇਹ ਲੈ ਕੇ ਕਹੀਏ ਵੀ ਹੁਣ ਮੇਰੇ ਤੋਂ ਸਾਡੇ ਕੀੜੇ ਮਕੌੜੇ ਨੇ, ਮੈਂ ਹੀ ਵੱਡਾ, ਬਸ ਮੈਂ ਹੀ, ਹੁਣ ਤੇ ਲੋੜ ਹੀ ਨਹੀਂ ਮੈਨੂੰ ਕੋਈ। ਅਸੀਂ ਸਿੱਖ ਦੇ ਘੱਟ। ਉਹ ਤਾਂ ਹੀ ਮੈਂ ਕਹਿੰਦਾ ਦਮਾਲੇ ਬੰਨ੍ਹ ਲੈਂਦੇ ਹਾਂ, ਪਰ ਦਮਾਲੇ ਵਾਲੇ ਸੰਗਤ 'ਚ ਨਹੀਂ ਬੈਠਦੇ। ਫਿਰ
ਉਹ ਫਿਰ ਲਰਨਟ ਹੋ ਗਏ ਨਾ, ਉਹ ਕਹਿੰਦੇ ਨਹੀਂ ਅਸੀਂ ਹੁਣ ਵੱਡੇ ਹੋ ਗਏ, ਤਾਂ ਕਰਕੇ ਮਾੜਾ ਨਹੀਂ ਹੈ। ਪਰ ਉਹ ਅਸੀਂ ਕੋਈ ਵਿਦਿਆਰਥੀ ਦਾਖਲੇ ਨੂੰ ਹੀ ਸਮਝ ਲੈ ਵੀ ਮੈਂ ਹੁਣ ਡਿਗਰੀ ਲੈ ਲਈਏ। ਦਾਖਲਾ ਡਿਗਰੀ ਨਹੀਂ ਹੁੰਦਾ। ਦਾਖਲੇ ਤੋਂ ਬਾਅਦ ਪੜ੍ਹਾਈ ਸੀ, ਪ੍ਰਕਿਰਿਆ ਸੀ। ਤਾਂ ਅਸੀਂ ਇਹ ਦਾਖਲਾ ਹੈ, ਅੰਮ੍ਰਿਤ ਛਕਦੇ ਆ, ਇਹ ਵੀ ਦਾਖਲਾ ਹੈ। ਫਿਰ ਰੋਜ਼ ਅੰਮ੍ਰਿਤ ਤਿਆਰ ਕਰਨਾ ਹੁੰਦਾ, ਬਾਣੀ ਦੇ ਅਭਿਆਸ ਦਾ, ਸੰਗਤ ਦਾ। ਖੈਰ ਗੁਰੂ ਕਿਰਪਾ ਕਰੇ, ਜਿਗਿਆਸੂ ਬਣੀਏ, ਸਿੱਖੀਏ, ਨਵਾਂ ਸਿੱਖਣ ਤੋਂ ਨਾ ਡਰੀਏ। ਅਸੀਂ ਖਲੋ ਜਾਂਦੇ ਹਾਂ, ਅਸੀਂ ਕਹਿ ਲੈਂਦੇ ਬਸ ਇੰਨਾ ਹੀ ਹੈ, ਬਸ ਜਿੱਦਾਂ ਸਾਡੇ ਬਾਬਾ ਜੀ ਨੇ ਕਹਿ ਦਿੱਤਾ, ਬਸ ਕਿਤਾਬ 'ਚ ਲਿਖਤਾ, ਬਸ ਉਹੀ ਹੈ। ਅਸੀਂ ਸਿੱਖਣਾ, ਸਿੱਖ ਬੰਦ ਕਰਦਾ ਹੀ ਨਹੀਂ ਕਦੇ, ਦਾਵਾ ਵੀ ਨਹੀਂ ਹੁੰਦਾ ਉਹਦਾ ਕਦੇ, ਪਰ ਅਸੀਂ ਬੰਦ ਕਰ ਦਿੰਦੇ। ਤਾਂ ਕਰਕੇ ਫਿਰ ਮੈਂ ਕਹਿੰਦਾ ਭਾਗਾਂ ਵਾਲਿਓ, ਤੁਸੀਂ ਸੰਗਤ 'ਚ ਆਉਂਦੇ ਹੋ, ਨਿਮਰਤਾ ਗੁਰੂ ਇੱਦਾਂ ਹੀ ਬਖਸ਼ੇ ਤੁਹਾਨੂੰ, ਨਹੀਂ ਤੇ ਬੜਾ ਔਖਾ ਹੈ। ਤੋ ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ, ਗੁਰੂ ਨਾਨਕ ਸਾਹਿਬ ਨੇ ਫਿਰ ਗੋਪਾਲ, ਮੈਂ ਬੇਨਤੀ ਕਰ ਰਿਹਾ, 7 ਸਾਲ ਦੀ ਉਮਰ 'ਚ ਜਿਹੜੀ ਬਾਣੀ ਉਚਾਰੀ, ਉਹ ਪਾਠਸ਼ਾਲਾ 'ਚ ਉਚਾਰੀ ਸੀ। ਉਹ ਟਕਸਾਲ ਜਿੱਥੇ ਚਾਟੜੇ ਪੜ੍ਹਦੇ ਸੀ, ਉੱਥੇ ਬਾਣੀ, ਪੱਟੀ ਬਾਣੀ, ਆਸਾ ਰਾਗ ਅੰਦਰ 7 ਸਾਲ ਦੀ। ਸੱਸੈ ਸੋਏ ਸ੍ਰਿਸ਼ਟ ਜਿਨ ਸਾਜੀ, ਸਭਨਾ ਸਾਹਿਬ ਏਕ ਭਇਆ। ਇਹ ਸਭ ਤੋਂ ਪਹਿਲੀ ਬਾਣੀ ਗੁਰੂ ਨਾਨਕ ਸਾਹਿਬ ਦੀ ਆਸਾ ਰਾਗ ਅੰਦਰ। ਉਹ ਬਾਣੀ ਵਿਦਿਆ ਨਾਲ ਸੰਬੰਧਿਤ ਸੀ, ਕਿਉਂਕਿ ਸਮਾਜ ਵਿੱਚ ਬਹੁਤ ਰੋਲ ਹੈ ਵਿਦਿਆ ਦਾ, ਪੜ੍ਹਾਈ ਦਾ। ਪਰ ਪੜ੍ਹਾਈ ਜੀਵਨ ਚਲਾਏ ਨਾ, ਜੀਵਨ ਪੜ੍ਹਾਈ ਚਾਹੀਦੀ ਹੈ ਜਿਹੜੀ ਜੀਵਨ ਬਣਾ ਦੇ। ਅੱਜ ਦੀ ਵਿਦਿਆ ਨਾਲ ਜ਼ਿੰਦਗੀ ਚੱਲ ਰਹੀ ਹੈ, ਬਦਲ ਨਹੀਂ ਰਹੀ। ਸਾਡੀ ਜ਼ਿੰਦਗੀ ਚੱਲ ਰਹੀ ਹੈ, ਅੱਜ ਬਦਲ ਨਹੀਂ ਰਹੀ। ਗੁਰੂ ਜਿਹੜਾ ਗਿਆਨ ਬੋਧ ਬਖਸ਼ਦੇ ਨੇ, ਬਦਲਾਅ ਵਾਲਾ ਬਖਸ਼ਦੇ ਨੇ। ਤੋ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਫਿਰ ਕਿਹੜੀ ਵਿਦਿਆ? ਗੁਰਦੇਵ ਜੀ ਕਹਿ ਰਹੇ ਨੇ, ਕੌਣ ਕਰਮ ਵਿਦਿਆ ਕੋ ਕੈਸੀ। ਕਿਹੜੀ ਵਿਦਿਆ? ਧਰਮ ਕੌਣ ਫੁਨ ਕਰੀ। ਕਿਹੜਾ ਧਰਮ ਕਰੀਏ? ਬੜੇ ਧਰਮ ਦੇ ਕਰਮ, ਬੜੀਆਂ ਧਰਮ ਦੀਆਂ ਮਰਿਆਦਾਵਾਂ ਨੇ, ਬੜੇ ਧਰਮ। ਕਿੰਨੇ ਧਰਮ? ਮੇਰੇ ਖਿਆਲ ਜੇ ਛੋਟੇ ਵੱਡਿਆਂ ਦੀ ਗਿਣਤੀ ਕਰਾਂਗੇ 500 ਤੱਕ ਪਹੁੰਚ ਜਾਣੀ। ਮੁੱਖ 4 ਨੇ ਦੁਨੀਆ 'ਚ, ਜੇ ਆਪਾਂ 4-5 ਹੀ ਮੁੱਖ ਨੇ। ਸਭ ਤੋਂ ਵੱਡੇ ਤਿੰਨ ਨੇ, ਈਸਾਈ ਹੈ, ਮੁਸਲਿਮ ਹੈ, ਫਿਰ ਹਿੰਦੂ ਹੈ, ਫਿਰ ਬੋਧੀ ਆਉਂਦੇ ਹੈ, ਫਿਰ ਅੱਗੇ ਆਪਣਾ ਵੀ ਨੰਬਰ ਅੱਗੇ ਆ ਹੀ ਜਾਂਦਾ। ਖੈਰ ਵਿਚਾਰਧਾਰਾਵਾਂ। ਤੋ ਗੁਰਦੇਵ ਜੀ ਕਹਿੰਦੇ ਧਰਮ ਤੇ ਅਸਲ ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਧਰਮ ਵੈਸੇ ਬਾਣੀ ਕਹਿੰਦੀ ਇੱਕੋ ਹੀ ਹੈ, ਰੱਬ ਦੇ ਸੁਭਾਅ, ਰੱਬ ਦਾ ਗੁਣ, ਸੱਤ, ਸੰਤੋਖ, ਧੀਰਜ, ਦਇਆ, ਪ੍ਰੇਮ, ਇਹ ਧਰਮ ਦੇ ਲੱਛਣ ਨੇ। ਇਹਨਾਂ ਤੋਂ ਪਤਾ ਲੱਗੇਗਾ ਅਸੀਂ ਧਰਮੀ। ਤਾਂ ਹੀ ਗੁਰਦੇਵ ਨੇ ਬਖਸ਼ਿਸ਼ ਕੀਤੀ, ਤਾਂ ਸਾਂਝਾ। ਹੁਣ ਸੰਤੋਖ ਸਾਂਝਾ ਹੈ। ਗੁਰੂ ਨੇ ਜਿਹੜੇ ਸੰਤੋਖ ਦੀ ਗੱਲ ਕੀਤੀ ਹੈ, ਥੋੜਾ ਵੀ ਇਕੱਲਾ ਸਿੱਖਾਂ ਨੂੰ ਚਾਹੀਦਾ, ਮੁਸਲਮਾਨਾਂ ਨੂੰ ਨਹੀਂ ਚਾਹੀਦਾ। ਜਿਹੜੀ ਦਇਆ ਦੀ ਗੱਲ ਕਰਦੇ ਨੇ, ਥੋੜਾ ਵੀ ਦਇਆ ਹਿੰਦੂਆਂ 'ਚ ਹੀ ਹੋਵੇ ਤੇ ਈਸਾਈਆਂ 'ਚ ਨਾ ਹੋਏ। ਜੋ ਵੀ ਗੁਰੂ ਇਹ ਜਿਹੜੇ ਗੁਣ ਨੇ, ਜੋ ਸਾਹਿਬ ਕਹਿੰਦੇ ਥਾਲ ਵਿੱਚ 3 ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸੁਧਾਰੋ। ਦਾਤਾਂ ਸਭ ਵਾਸਤੇ, ਸੱਚ ਸਭ ਵਾਸਤੇ ਨੇ, ਸੰਤੋਖ ਸਭ ਵਾਸਤੇ ਹੈ। ਹਾਂ, ਉਹਦੀ ਪ੍ਰਾਪਤੀ ਦੇ ਢੰਗ ਵੱਖੋ ਵੱਖ। ਜਿਵੇਂ ਪਹਾੜ ਦੀ ਚੋਟੀਆਂ, ਮੰਨ ਲਓ ਚੰਡੀਗੜ੍ਹ ਸ਼ਹਿਰ ਹੈ, ਆ ਸ਼ਹਿਰ ਇੱਕੋ ਹੀ ਹੈ, ਪਰ ਪਹੁੰਚਣ ਦੇ ਰਸਤੇ ਵੱਖ ਵੱਖ। ਕੋਈ ਜੀਰਕਪੁਰ ਵੱਲ ਦੀ ਆ ਜਾਏ, ਕੋਈ ਖਰੜ ਵੱਲ ਦੀ ਆ ਜਾਏ, ਕੋਈ ਆ ਨਵੇਂ ਗਾਂਵ ਵੱਲ ਦੀ ਆ ਜਾਏ, ਕੋਈ ਕਿੱਧਰ ਦੀ ਆਏ, ਕਿੱਧਰ ਦੀ ਆਏ। ਤੋ ਧਰਮ ਨਿਜ਼ਾਮ ਮਾਲਕ ਦਾ ਇੱਕ। ਹਾਂ, ਵਿਚਾਰਧਾਰਾਵਾਂ ਵੱਖ ਵੱਖ ਨੇ। ਸਿੱਖ ਮਤ, ਬੌਧ ਮਤ, ਹਿੰਦੂ ਮਤ, ਜੈਨ ਮਤ ਨੇ, ਮਤ ਵਿਚਾਰਧਾਰਾ। ਪਰ ਜਿਹੜੇ ਮੂਲ ਗੁਣ ਨੇ ਮਾਲ, ਸਤ, ਸੰਤੋਖ, ਦਇਆ, ਧਰਮ, ਉਹੀ ਨੇ। ਤੋ ਗੁਰਦੇਵ ਜੀ ਤਾਂ ਹੀ ਕਿਰਪਾ ਕਰਦੇ ਨੇ। ਕੌਣ ਧਰਮ ਫੁਨ ਕਰੀ। ਕਿਹੜਾ ਧਰਮ ਕਰੀਏ? ਬੜੇ ਧਰਮ ਦੇ ਕਰਮ ਨੇ, ਉਹਦਾ ਦਾਇਰਾ ਬਹੁਤ ਵੱਡੇ ਰੂਪ ਦਾ ਹੈ। ਕੌਣ ਨਾਮ ਗੁਰ ਜਾ ਕੇ ਸਿਮਰੈ, ਭਵ ਸਾਗਰ ਕੋ ਤਰੀ। ਕਿਹੜਾ ਨਾਮ ਹੈ ਜਿਹੜਾ ਸਿਮਰਿਆ ਜਾਏ? ਬੜੇ ਮੰਤਰ ਨੇ, ਬੜੇ ਮੰਤਰਾਂ ਦੇ ਜਾਪ ਨੇ।
ਕੋਈ ਦੇਵੀ ਦਾ, ਕੋਈ ਦੇਵਤੇ ਦਾ, ਕੋਈ ਕਿਸੇ ਦਾ, ਕੋਈ ਕਿਸੇ ਦਾ। ਬੜੇ ਗੁਰੂ ਨੇ ਜਿਹੜੇ ਉਪਦੇਸ਼ ਦਿੰਦੇ ਨੇ। ਤਾਂ ਸਾਹਿਬ ਕਹਿੰਦੇ ਕੌਣ ਨਾਮ ਗੁਰ ਜਾ ਕੇ ਸਿਮਰੈ ਭਵ ਸਾਗਰ ਕੋ ਤਰੀ। ਇਸ ਭਵ ਸਾਗਰ ਤੋਂ ਪਾਰ ਲੰਘਿਆ ਜਾ ਸਕੇ ਜਿਹਦੇ ਵਿੱਚ ਸੰਭਾਵਨਾ ਹੈ ਲੋਭ ਦੀ, ਸੰਭਾਵਨਾ ਹੈ ਕ੍ਰੋਧ ਦੀ, ਸੰਭਾਵਨਾ ਹੈ ਪਤਾ ਨਹੀਂ ਕਦੋਂ ਕੀ ਹੋ ਜਾਏ। ਜਿਵੇਂ ਸਮੁੰਦਰ 'ਚ ਉਹ ਤੁਰਿਆ ਸੀ ਜਹਾਜ਼ ਵੀ ਅਸੀਂ ਤੇ ਸਦਾ ਤਰਦੇ ਹੀ ਰਹਿਣਾ, ਪਰ ਉਹ ਪਹਿਲੀ ਯਾਤਰਾ ਵੀ ਪੂਰੀ ਨਹੀਂ ਕਰ ਸਕੇ, ਡੁੱਬ ਗਿਆ ਉਹ। तो इस वास्ते जिंदगी च भी संभावना नहीं है कोई दावा करे। तो साहब कहते भव सागर को तरी पार लंघिया जा सके। तो साहब कहते कल मैं एक नाम किरपा निद जाहें जपै गत पावै। कल विच नाम है इको ही परमात्मा। ठीक है, देवी देवते मुबारक ने, पीर पैगंबर माड़े नहीं। चलो अपने अपने समय धरती ते आए, अपने अपने ढंग नाल उन्होंने ज्ञान उपदेश दिता है। जिस जिस थां ते आए, क्योंकि उन्होंने दे उपदेश जिहड़े दिते ने वो थावां नाल भी संबंधित ने। जिद्दां दा कल्चर सी किते उदां दे शब्दां नाल ज्ञान दे दिता। तां ही जिहड़े अरब विच पीर आए, क्योंकि उत्थे दबिया जांदा है, साडे इत्थे साड़िया जां। बाबा फरीद जी जदों नरकां दी गल करनगे उत्थे तपश की गल करते, तपश की। बाबा कबीर जी जदों गल करते हैं उत्थे नदी वैतर नदियां की गल करते हैं, क्योंकि साडे इत्थे पानी सी, साडे इत्थे आउंदे सी झक्खड़, आउंदे सी हड़, आउंदे सी। तो नरक दी नूं उस रूप अंदर बयान किया जिथे उन्होंने उस रूप च, क्योंकि उत्थे जिथे रेत है उत्थे गर्मी है, उत्थे तपश। तो खैर मैं तां बेनती कर रहा, शब्दावली अपने अपने ढंग नाल जिस तरह का कल्चर सी, सभ्यता सी, उस तरह की शब्दावली वरती है। पर सब ने उपदेश इको ही दिता है, भाई परमात्मा नाल जुड़ो, भाई कर्म नूं सुचेतता नाल करो। बाद विच ओह फल भोगना औखा हो जाए, फिर किते मत्था रगड़ेगा, किते किते रगड़ेगा, पहलों सुचेत हो। तो इस वास्ते समय समय पीर पैगंबर गुरु औलीए देवी देवते जो भी आए, तो ऐसा भी होया लोगों ने उन्होंने पकड़ लिया। तो गुरुआं ने कृपा की, भाई नाम परमात्मा का है, श्रोमणी कोई है मालिक वैगुरु, गुरुआं दा जिहड़ा गुरु है। तो इस वास्ते कल मैं एक नाम किरपा निध। किरपा दे घर परमात्मा, निध दा अर्थ हुंदा है खजाना, निध दा अर्थ है सागर। तो वाहिगुरु अकाल पुरख जिहड़ा किरपा दा खजाना है, जाहें जपै गत पावै। जिहड़ा जपदा है, दृढ़ करदा है, जप चिंतन करदा है, उहदा बहुत गहरा गत पावे। और धर्म ताकै सम नाहन। साहब कहंदे इहदे तो वड्डा होर कोई धर्म नहीं है, और कर्म नहीं है। यह विद वेद बतावै। ये ज्ञान दसदा। वेद ज्ञान, वेद चार वेद ने वैसे, सब तो पुराना ऋग वेद है, शाम वेद है, युजर वेद है, अर्थ वेद है। तो वेद ज्ञान, वेद धार्मिक पुस्तक कह लिए, गुरु वास्ते माड़े नहीं है कोई। आपां कंपैरिजन करी जाइए वखरी गल, पर गुरुदेव जी कहते ने ये भेद वेद बतावै। धार्मिक वेद भी ये गल दसदा है, ज्ञान भी यही दसदा है, भाई मूल सब दा मालिक ही है। तो साहब कहते सुख दुख रहत सदा निर्लेपी, जाको कहत गुसाई। अखीर ते गुरुदेव जी कहते परमात्मा सुख दुख तो रहत है, सुख दुख रहत सदा निर्लेपी। निर्लेप है साडे च, साडे तो निर्लेप है परमात्मा। एक बुलबुले च पानी है पर निर्लेप है, बुलबुला टुट गया पानी थोड़ा टुट जाना है। घड़े च आकाश है पर आकाश निर्लेप है, घड़ा टुटिया आकाश नहीं टुट जाना। इसे तरह संसार विच सुख दुख है, वाहिगुरु वरत रहा संसार च, पर सुख दुख नहीं, व्यापदा नहीं है। रब दा प्यारा भी जदों आत्म अवस्था तक पहुँचदा है, वो भी सुख दुख तो रहत हो जाता है।
ਤੋ ਸੁਖ ਦੁਖ ਰਹਿਤ ਸਦਾ ਨਿਰਲੇਪੀ, ਜਾ ਕੋ ਕਹਿਤ ਗੁਸਾਈ। ਗੁਰਦੇਵ ਕਹਿੰਦੇ ਉਹਨੂੰ ਗੁਸਾਈ ਕਿਹਾ ਜਾਂਦਾ ਹੈ, ਧਰਤੀ ਦਾ ਮਾਲਕ। ਸੋ ਤੁਮ ਹੀ ਮੈਂ ਬਸੈ ਨਿਰੰਤਰ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਐ ਪ੍ਰਾਣੀ, ਉਹ ਵਾਹਿਗੁਰੂ ਤੇਰੇ 'ਚ ਹੀ ਵਸ ਰਿਹਾ। ਸੋ ਤੁਮ ਹੀ ਮੈਂ ਬਸੈ ਨਿਰੰਤਰ ਲਗਾਤਾਰ। ਨਾਨਕ ਦਰਪਣ ਨਿਆਈ। ਦਰਪਣ ਬਾਣੀ 'ਚ ਉਦਾਹਰਣ ਬਹੁਤ ਵਾਰ ਆਈ ਹੈ। ਉਹ ਪਮਦ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ। ਗੁਰੂ ਤੇਗ ਬਹਾਦਰ ਜੀ ਨੇ ਵਰਤੀ ਹੈ, ਨਾਮਦੇਵ ਜੀ ਨੇ ਵੀ ਉਦਾਹਰਨ ਵਰਤੀ ਹੈ। ਜਿਵੇਂ ਸ਼ੀਸ਼ੇ ਵਿੱਚ ਦਰਪਣ ਵਿੱਚ ਅਕਸ਼ ਹੈ ਪਰ ਨਿਰਲੇਪ ਹੈ, ਉਹਨੂੰ ਪਕੜਿਆ ਨਹੀਂ ਜਾ ਸਕਦਾ। ਇਸੇ ਤਰ੍ਹਾਂ ਵਾਹਿਗੁਰੂ ਵਰਤ ਰਿਹਾ ਸਾਡੇ ਸੰਸਾਰ 'ਚ, ਪਰ ਉਹਨੂੰ ਪਕੜ ਕੇ ਵੱਖਰਾ ਨਹੀਂ ਕਰ ਸਕਦੇ। ਜਿਵੇਂ ਸ਼ੀਸ਼ੇ 'ਚ ਦਰਪਣ 'ਚ ਅਕਸ਼ ਦਿਸਦਾ ਹੈ, ਪਰਛਾਈ ਦਿਸਦੀ ਹੈ, ਪਰ ਉਹ ਵੱਖਰੀ ਨਹੀਂ ਕੀਤੀ ਜਾ ਸਕਦੀ। ਇਸੇ ਤਰ੍ਹਾਂ ਸਾਹਿਬ ਆਖਦੇ ਨੇ, ਸੋ ਤੁਮ ਹੀ ਮੈਂ ਬਸੈ ਨਿਰੰਤਰ, ਨਾਨਕ ਦਰਪਣ ਨਿਆਈ। ਗੁਰ ਕਿਰਪਾ ਮਿਹਰਾਮਤ।